ओवररेटेड सिंगर कौन है? शान रोकड़ी जी एक ही जगह खड़े होके आवाजा लै के उत्थे बह के उत्थे गाना भी गा रहे हो ते वीडियो भी कर रहे हो, सीट ਨੂੰ ਇੱਧਰ ਘੁਮਾ ਰਹੇ ਹੋ ਇੱਧਰ ਘੁਮਾ ਰਹੇ ਹੋ। ਉਹਨਾਂ ਦੇ ਵਾਲਿਦ ਸਾਹਿਬ ਜਦੋਂ ਮੇਰੇ ਸਟੂਡੀਓ ਆਏ ਸਨ ਉਹਨਾਂ ਨੂੰ ਅੱਛੀ ਵੀਡੀਓ ਮੈਂ ਹੀ ਕਰਾਈਆਂ ਪਹਿਲੇ। वाजिद अली बगदादी चोरी ਦੇ ਗਾਣੇ ਸਾਰੇ ਗਾਏ ਜਾ ਰਹੇ हैं। 12,000 रुपए तक तो कपड़े पा के मैं इतने महंगे कपड़े पाना मलकू तो इतना अच्छा दिखते नहीं ने। इमरान भाई थोड़ी जी मशवरा कि अच्छे अच्छे गाने करो। कोक स्टूडियो च ताल्लुकात वाले सिंगर कामयाब नहीं। 15 साल 50 गाने ਸਕਲੈਨ ਮੁਸਾ ਖੇਲ ਵੀ ਬੜਾ ਛਾਏ ਹੋਏ ਨੇ। ਇਹ ਨੰਬਰਾਂ ਤੋਂ ਬਗੈਰ ਲਈ ਗੱਡੀ ਹੈ ਹਮਾਰੇ ਅਰਸ਼ਦ ਪਿਛਲੇ ਦਿਨਾਂ ਜਿੰਨੇ ਉਹਨਾਂ ਦੇ ਗਾਣੇ ਆਏ ਨੇ ਗਾਣੇ ਸਾਰੇ ਫਲॉप ਸੀ। ਫਲॉप ਕੋਈ ਛੁਪੀ ਸ਼ਾਦੀ ਤੇ ਨਹੀਂ ਕੀਤੀ। ਸ਼ਾਦੀਆਂ ਦੇ ਸੀ ਤੇ ਬਹੁਤ ਹੁੰਦੀਆਂ ਨੇ ਜੀ। अस्सलाम वालेकुम, मैं उकाशा गुल अशरफ, ਤੁਸੀਂ ਵੇਖ ਰਹੇ ਹੋ ਪੰਜਾਬੀ ਪੋਡਕਾਸਟ ਵਿਦ ਉਕਾਸ਼ਾ ਗੁਲ ਅਸ਼ਰਫ। ਐਂਡ ਅੱਜ ਸਾਡੇ ਸ਼ੋਅ ਦੇ ਵਿੱਚ ਇੱਕ ਐਸੇ ਪੰਜਾਬੀ ਸਿੰਗਰ ਆਏ ਬੈਠੇ ਨੇ ਜਿਨ੍ਹਾਂ ਦੀ ਲੁੱਕ ਵੀ ਘੈਂਟ ਤੇ ਜਿਨ੍ਹਾਂ ਦੀ ਆਵਾਜ਼ ਵੀ ਘੈਂਟ। ਨਾ ਸਿਰਫ ਲਹਿੰਦੇ ਪੰਜਾਬ ਦੇ ਵਿੱਚ ਆਪਣੀਆਂ ਧੁੰਮਾਂ ਮਚਾਈਆਂ ਹੋਈਆਂ ਬਲਕਿ ਚੜ੍ਹਦੇ ਪੰਜਾਬ ਦੇ ਵਿੱਚ ਵੀ ਇਹਨਾਂ ਦੇ ਗਾਣੇ ਸੁਣੇ ਜਾ ਰਹੇ ਨੇ। ਤੁਹਾਡੀ ਢੇਰੋ ਢੇਰ ਤਾਲੀਆਂ 'ਚ ਨਸੀਰ ਅਹਿਮਦ ਖਵਾਜਾ ਸਾਹਿਬ, अस्सलाम वालेकुम। वालेकुम अस्सलाम। सर जी आए ਨੂੰ ਆਖਦੇ ਆ ਕੀ ਹਾਲ ਚਾਲ ਹੈ? जी बिस्मिल्लाह। ਕੀ ਹਾਲ ਚਾਲ ਹੈ? ਉਹੀ ਹਾਲ ਹੈ ਜੀ, ਹਾਲ ਮਾਸ਼ਾਅੱਲਾ ਫਸਟ ਕਲਾਸ ਹੈ। ਉਹੀ ਹਾਲ ਹੈ, ਉਹ ਹਾਲ ਤੇ ਬਹੁਤ ਬੁਰਾ ਸੀ। ਉਹ ਬੁਰੇ ਹਾਲ ਤੋਂ ਬਿਹਤਰ ਹਾਲ ਹੈ ਮਾਸ਼ਾਅੱਲਾ, ਬਹੁਤ ਅੱਛੀ। ਕੀ ਸਿੰਗਿੰਗ ਦੇ ਵਿੱਚ ਹਾਲਾਤ ਬੁਰੇ ਨਹੀਂ ਜਾਂ ਕਿਸ ਚੀਜ਼ ਦੇ ਵਿੱਚ? ਸਿੰਗਿੰਗ ਬਸ ਚੱਲ ਰਹੀ ਹੈ ਅੱਜ ਕੱਲ, ਤੁਹਾਨੂੰ ਪਤਾ ਹੈ ਕੈਸੇ ਕੈਸੇ ਗਾਣੇ ਆ ਰਹੇ ਨੇ। ਹਾਂ, ਕੁਝ ਚੰਗਾ ਗਾਣਾ ਨਹੀਂ ਆ ਰਿਹਾ ਲੇਕਿਨ ਆ ਰਹੇ ਨੇ ਗਾਣੇ ਬਹੁਤ। ਅੱਛਾ, ਤੁਸੀਂ ਹਜੇ ਤੱਕ ਕਿੰਨੇ ਗਾਣੇ ਗਾ ਚੁੱਕੇ ਹੋ? ਮੈਂ ਤਕਰੀਬਨ ਕੋਈ 60 ਗਾਣੇ ਗਾ ਚੁੱਕਿਆ। 60 ਦੇ ਵਿੱਚੋਂ 50 ਤੇ 60 ਦੇ ਏੜੇ ਗੇੜੇ। ਓਕੇ, 60 ਗਾਣਿਆਂ ਵਿੱਚੋਂ ਹਜੇ ਤੱਕ ਜਾਂ 50 ਗਾਣਿਆਂ ਦੇ ਵਿੱਚੋਂ ਹਜੇ ਤੱਕ ਕਿੰਨੇ ਗਾਣੇ ਜਿਹੜੇ ਬਹੁਤ ਵਾਇਰਲ ਹੋਏ? देखिए वायरल होना होर चीज़ होती है, पसंदीदगी होर चीज़ होती है। ओके, वायरल तो कोई भी चीज़ हो जाती है और 2-4 दिन वायरल रहती है, उस तो बाद फिर ਉਹਦੀ ਹਾਈਪ ਖਤਮ ਹੋ ਜਾਂਦੀ ਹੈ। ओके, ਤੇ ਜਿਹੜੀ ਅੱਛੀ ਚੀਜ਼ ਹੁੰਦੀ ਹੈ ਉਹ ਹਮੇਸ਼ਾ ਕਾਇਮ ਰਹਿੰਦੀ। ਜਿਸ ਤਰ੍ਹਾਂ ਤੁਸੀਂ ਪੁਰਾਣੇ ਗਾਣੇ ਸੁਣਦੇ ਹੋ ਉਹ ਵਾਇਰਲ ਗਾਣੇ ਨਹੀਂ ਨੇ, ਉਹਨਾਂ ਤੇ ਕੰਮ ਹੋਇਆ ਹੈ। ਹਾਂ, 50 ਸਾਲ ਹੋਰ ਵੀ ਅੱਗੇ 100 ਸਾਲ ਚੱਲਣਗੇ। ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਲੋਕ ਸੁਣਦੇ ਨੇ? ਬਿਲਕੁਲ ਸੁਣਦੇ ਨੇ। ਮੈਂ ਬਹੁਤ ਸਾਰੇ ਸ਼ੋਜ਼ ਕੀਤੇ, ਪੂਰੇ ਇੰਟਰਨੈਸ਼ਨਲ ਟੂਰਸ ਕੀਤੇ ਨੇ। ਅੱਛਾ, ਪੂਰੇ ਸ਼ੋਜ਼ ਕੀਤੇ ਨੇ। ਉਹਦੇ ਵਿੱਚ ਮੈਂ ਕੋਕ ਫੈਸਟੀਵਲ ਕੀਤਾ ਹੈ, ਮੈਂ 에ਅਰਵੇ ਫੈਸਟੀਵਲ ਕੀਤਾ ਹੈ। ਵਾਹ, ਜਿੰਨੇ ਫੈਸਟੀਵਲ ਹੋਏ ਨੇ ਸਾਰੇ ਕੀਤੇ ਨੇ। ਵਾਹ ਵਾਹ ਵਾਹ। ਉਹਦੇ ਵਿੱਚ ਭੰਗੜੇ ਪੈਣ ਲੋਕਾਂ ਨੇ। ਅੱਛਾ ਜੀ, ਪੂਰੀ ਇੰਜੋਏ, ਪ੍ਰੋਪਰ ਪਰਫਾਰਮ ਵੀ ਕਰਦੇ ਹੋ? ਪੂਰਾ ਪਰਫਾਰਮ ਪੂਰੇ ਗੈਟਅਪ ਦੇ ਨਾਲ ਔਰ ਬੜੇ ਸਟਾਈਲ ਦੇ ਨਾਲ। ਹਾਂ, ਕਿਉਂਕਿ ਸਟਾਈਲਿਸ਼ ਹੋਣਾ ਵੀ ਬੜਾ ਜ਼ਰੂਰੀ ਹੁੰਦਾ ਹੈ। ਸਹੀ ਆਰਟਿਸਟ ਦਾ ਉਹ ਅਗਰ ਅੱਛਾ ਗਾ ਰਿਹਾ ਹੈ ਉਹ ਅੱਛਾ ਪਾ ਕੇ ਤੇ ਅੱਛਾ ਸੱਜ ਕੇ ਆਏਗਾ ਤੇ ਹੋਰ ਅੱਛਾ ਲੱਗੇਗਾ, ਵਾਈਬ ਬਹੁਤ ਅੱਛੀਆਂ ਆਉਂਦੀਆਂ ਨੇ। ਨਹੀਂ, ਡਰੈਸਿੰਗ ਦੀ ਮੈਂ ਤੁਹਾਡੀ ਦੇਖੀ, ਬਿਲਕੁਲ ਪੰਜਾਬੀ ਰੰਗ ਬਰੰਗੀ ਜੀ ਡਰੈਸਿੰਗ ਕਰਦੇ ਹੋ। ਕਦੇ ਜੈਲਸੀ ਦਾ ਸ਼ਿਕਾਰ ਹੋਏ ਹੋ ਕਿ ਅਸੀਂ ਪਹਿਲੇ ਇੰਨਾ ਛਾਏ ਹੋਏ ਹਾਂ, ਤੈਨੂੰ ਕੀ ਜ਼ਰੂਰਤ ਹੈ ਇਸ ਫੀਲਡ ਦੇ ਵਿੱਚ ਆਉਣ ਦੀ? ਐਸੀ ਜੈਲਸੀ ਤੇ ਕਦੇ ਨਹੀਂ ਹੋਈ। ਤੇ ਬਾਕੀ ਹੈ ਕਿ ਨਹੀਂ, ਕਦੇ ਕਿਸੇ ਸਿੰਗਰ ਤੋਂ ਫੀਲ ਹੋਇਆ ਹੋਵੇ ਕਿ ਇਹ ਮੇਰੇ ਤੋਂ ਜੈਲਸ ਹੋ ਰਿਹਾ? ਮੈਡਮ ਜੈਲਸ ਤੇ ਸਾਰੀ ਇੱਕ ਦੂਸਰੇ ਔਰ ਹੋਣਾ ਵੀ ਚਾਹੀਦਾ। ਮੈਂ ਤੁਹਾਨੂੰ ਦੱਸਾਂ, ਅਗਰ ਉਹਦੇ ਕੰਮ ਤੋਂ ਜੈਲਸ ਹੋ ਰਿਹਾ ਨਾ ਕਿ ਯਾਰ ਇਹ ਇੰਨਾ ਅੱਛਾ ਕੰਮ ਕਰ ਰਿਹਾ, ਮੈਨੂੰ ਉਹਦਾ ਕੰਮ ਕਰਨਾ ਚਾਹੀਦਾ ਹੈ, ਉਹ ਜੈਲਸੀ ਅੱਛੀ ਹੈ। ਅਗਰ ਵੈਸੇ ਹੀ ਜੈਲਸ ਹੋਣਾ ਤੇ ਫਾਇਦਾ ਨਹੀਂ ਨਾ, ਕਿਸੇ ਦੇ ਬਾਰੇ 'ਚ ਫਜ਼ੂਲ ਗੱਲ ਕਰ ਦੇਣੀ ਜਿਸ ਤਰ੍ਹਾਂ ਅੱਜ ਕੱਲ ਹੋ ਰਿਹਾ ਹੈ। ਤੁਸੀਂ ਅਗਰ ਪੋਜ਼ਿਟਿਵ ਅੱਛੀ ਗੱਲ ਕਰੋਗੇ ਔਰ ਉਹ ਸਮਝੇਗਾ ਯਾਰ ਅੱਛੀ ਗੱਲ ਹੈ, ਭਾਵੇਂ ਉਹਦੇ ਖਿਲਾਫ ਗੱਲ ਹੋਵੇ ਤਾਂ ਅੱਛੀ ਗੱਲ ਹੁੰਦੀ ਹੈ ਤੇ ਹੋਣੀ ਵੀ ਚਾਹੀਦੀ ਹੈ। ਬਿਲਕੁਲ ਬਿਲਕੁਲ। ਤੁਹਾਨੂੰ ਕੀ ਲੱਗਦਾ ਹੈ ਅੱਜ ਸਾਡੇ ਮੁਲਕ ਦੇ ਵਿੱਚ ਸਭ ਤੋਂ ਓਵਰਰੇਟਡ ਸਿੰਗਰ ਕੌਣ ਹੈ? ਓਵਰਰੇਟਡ ਸਿੰਗਰ ਜਿਹੜਾ ਹੈ ਜਿਹਦਾ ਬਣਦਾ ਨਹੀਂ ਹੈ ਬਟ ਫਿਰ ਵੀ ਉਹਨੂੰ ਬਹੁਤ ਹਾਈਪ ਮਿਲੀ ਹੋਈ ਹੈ। ਉਹਦੇ ਵਿੱਚ ਨਾਮ ਲੈਣਾ ਅੱਛੀ ਗੱਲ ਹੈ। ਹਰ ਗੈਸਟ ਆ ਕੇ ਨਾਮ ਲੈਂਦਾ ਹੈ। ਸ਼ਾਨ ਰੋਕੜੀ ਜੀ ਓਕੇ, ਓਵਰਰੇਟਡ ਨੇ ਇਸ ਵਾਸਤੇ ਨੇ ਕਿ ਉਹਨਾਂ ਦੇ ਕਿਉਂਕਿ ਇੱਕ ਉਹਨਾਂ ਦੇ ਵਾਲਿਦ ਸਾਹਿਬ ਦੀ ਵਜ੍ਹਾ ਤੋਂ ਖੁਦ ਵੀ ਗਾਉਂਦੇ ਰਹੇ ਨੇ। ਉਹਨਾਂ ਦਾ ਗਾਣਾ ਆ ਰਿਹਾ ਹੈ ਤੇ ਆ ਕੇ ਨਿਕਲਿਆ ਜਾ ਰਿਹਾ ਹੈ। ਉਹਨਾਂ ਨੂੰ ਸਟੈਂਡ ਕਰਨਾ ਚਾਹੀਦਾ, ਉਹਨਾਂ ਗਾਣਾ ਖੜਾ ਹੋਣਾ ਚਾਹੀਦਾ ਹੈ। ਉਹ ਨਹੀਂ ਹੋ ਰਿਹਾ ਹਾਲੇ ਕਿ ਉਹਨਾਂ ਨੇ ਅੱਲਾਹ ਨੇ ਬੜਾ ਕੁਝ ਦਿੱਤਾ ਉਹਨਾਂ ਨੂੰ। ਬਲਕਿ ਉਹਨਾਂ ਦੇ ਵਾਲਿਦ ਸਾਹਿਬ ਜਦੋਂ ਮੇਰੇ ਸਟੂਡੀਓ ਆਏ ਸਨ ਉਹਨਾਂ ਨੂੰ ਅੱਛੀ ਵੀਡੀਓ ਮੈਂ ਹੀ ਕਰਾਈਆਂ ਪਹਿਲੇ। ਅੱਛਾ ਅੱਛਾ। ਹਾਂ, ਉਹਨਾਂ ਦੇ ਵਾਲਿਦ ਸਾਹਿਬ ਮੇਰੇ ਸਟੂਡੀਓ ਆਏ, ਮੇਰੀ ਵੀਡੀਓ ਦੇਖੀ ਉਹਨਾਂ ਨੇ। ਉਹਨਾਂ ਦੀ ਡਾਇਰੈਕਸ਼ਨ ਸ਼ਾਨ ਰੋਕੜੀ ਦੇ ਵਾਲਿਦ ਸਾਹਿਬ ਨੂੰ ਹਿੱਟ ਕਰਾਉਣ ਵਾਲੇ ਸਾਡੇ ਨਸੀਰ ਸਾਹਿਬ ਨੇ। ਮੈਂ ਉਹਨਾਂ ਦੀ ਵੀਡੀਓ ਮੈਂ ਕਰਾਈ ਹੈ ਸਭ ਤੋਂ ਪਹਿਲੇ। ਅੱਛਾ, ਮੇਰੇ ਬਲਕਿ ਜ਼ਿਸ਼ਾਨ ਵੀ ਨਾਲ ਹੀ ਸੀ। ਅੱਛਾ ਅੱਛਾ। ਤੇ ਜ਼ਿਸ਼ਾਨ ਅੱਛਾ ਆਰਟਿਸਟ ਹੈ ਲੇਕਿਨ ਉਹਦਾ ਗਾਣਾ ਖੜਾ ਨਹੀਂ ਹੋ ਰਿਹਾ। ਕੋਈ ਇਧਰੋਂ ਗਾਣਾ ਲੈ ਰਿਹਾ, ਇੱਥੋਂ ਲੈ ਰਿਹਾ ਗਾਣਾ, ਆਪਣਾ ਗਾਣਾ ਨਹੀਂ ਕਰ ਰਿਹਾ। ਯਾਨੀ ਆਪਣੀ ਕੰਪੋਜੀਸ਼ਨ ਨਹੀਂ ਹੈ, ਚੋਰੀ ਦੀ ਕੰਪੋਜੀਸ਼ਨ ਕਹਿ ਲਓ। ਚੋਰੀ, ਉਹਨੂੰ ਚੋਰੀ ਕਹਿੰਦੇ ਨੇ। ਜਦ ਤੁਸੀਂ ਕਿਸੇ ਦਾ ਗਾਣਾ ਗਾਓਗੇ ਕਿਸੇ ਦੀ ਵੀ, ਦੇਖੋ ਜਿਸ ਇਨਸਾਨ ਬੱਚਾ ਪੈਦਾ ਕਰਦਾ ਨਾ ਉਹ ਭਾਵੇਂ ਉਹਨੂੰ ਕੋਈ ਵੀ ਪਾਲੇ ਲੇਕਿਨ ਉਸਦੀ ਵਾਲਦੈਨ ਦੀ ਜਿਹੜੀ ਆਇਡੈਂਟੀਟੀ ਹੈ ਉਹ ਤੁਸੀਂ ਕਦੀ ਵੀ ਨਹੀਂ ਕਰ ਸਕਦੇ। ਅੱਛਾ, ਡੈਫੀਨਿਟਲੀ ਉਹ ਵਾਲਦੈਨ ਉਸੇ ਵਾਲਦ ਦਾ ਉਸੇ ਵਾਲਦਾ ਦਾ ਰਹੇਗਾ, ਭਾਵੇਂ ਤੁਸੀਂ ਪਾਲਿਆ ਉੱਥੇ ਆਪਣੀ ਜਾਨ ਨਿਸ਼ਾਵਰ ਕੀਤੀ ਹੈ। ਤੇ ਇਹੀ ਹੋ ਰਿਹਾ ਅੱਜ ਕੱਲ੍ਹ ਸਾਡੇ ਸਿੰਗਰਾਂ ਨੂੰ। ਕੋਈ ਮੈਡਮ ਨੂਰਜਹਾਂ ਦੇ ਗਾਣੇ ਲੈ ਰਿਹਾ, ਕੋਈ ਮਹਿਦੀ ਹਸਨ ਦੇ ਗਾਣੇ ਲੈ ਰਿਹਾ, ਕੋਈ ਇੰਡੀਆ ਤੋਂ ਗਾਣੇ ਚੋਰੀ ਕਰ ਰਿਹਾ ਹੈ, ਕੋਈ ਗਾਣਿਆਂ ਦੇ ਵਿੱਚੋਂ 27 ਛੱਡ ਕੇ ਤੇ ਅੰਤਰੇ ਦੇ ਵਿੱਚੋਂ ਉਹਦੀ 27 ਲੈ ਰਿਹਾ ਹੈ। ਅਸੀਂ ਕਿਉਂਕਿ ਅਸੀਂ ਕੰਮ ਕਰਨੇ ਲੋਕਾਂ ਨੂੰ ਇੰਨਾ ਅੱਛਾ ਬਣ ਗਿਆ ਪਹਿਲੇ ਹੀ। ਮੈਂ ਇਹ ਗੱਲ ਤੁਹਾਨੂੰ ਕਰ ਰਿਹਾ ਕਿ ਮਿਊਜ਼ਿਕ ਹਰ ਰੋਜ਼ ਇੱਕ ਨਵਾਂ ਗਾਣਾ ਰਿਲੀਜ਼ ਹੋ ਰਿਹਾ ਹੈ ਤੇ ਕੁਝ 2 ਦਿਨਾਂ ਬਾਅਦ ਉਹ ਗਾਣਾ ਪਤਾ ਨਹੀਂ ਚੱਲਦਾ ਕਿੱਥੇ ਗਿਆ। ਇਹ ਕਹਿ ਰਹੇ ਜੀ ਅਸੀਂ ਹਿੱਟਾਂ ਕਿੱਥੋਂ ਹਿੱਟ ਹੋ। ਤੁਸੀਂ ਜਾਓ ਚੜ੍ਹਦੇ ਪੰਜਾਬ ਵਿੱਚ ਦੇਖੋ 1 ਲੱਖ ਸਿੰਗਰ ਹਨ ਔਰ ਟੈਲੈਂਟਡ ਸਿੰਗਰ ਨੇ।
ਉਹ ਸਟਰਗਲ ਕਰਦੇ ਨੇ। ਇੱਥੇ ਸਾਡੇ ਕੋਲ ਸਿੰਗਰ ਹੀ 6 ਨੇ ਟੋਟਲ, ਕਿਸੇ ਕਿਹਨੂੰ ਕੀ ਕਹਿਣਾ ਹੈ। ਕਿਹੜੇ 6 ਸਿੰਗਰ ਨੇ ਜਿੱਥੋਂ ਲੱਗਦਾ 6 ਮਲਕੂ ਭਾਈ ਇੱਕ ਸਿੰਗਰ, ਠੀਕ ਹੈ, ਨਿਸ਼ਾਨ ਰੋਕੜੀ 2, ਮਜ਼ਰ ਰਾਈ 3, ਠੀਕ ਹੈ, ਉਹ ਇੱਕ ਹੋਰ ਹੈ ਉਹ ਬਗਦਾਦੀ 4, ਓਕੇ, ਤੇ 2-3 ਸਿੰਗਰ ਹੋਰ ਲਾ ਲਓ। ਠੀਕ ਹੈ, ਮਤਲਬ ਤੁਹਾਡਾ ਕਿਹਦੇ ਨਾਲ ਮੁਕਾਬਲਾ ਹੈ? ਇਹ ਆਪਸ ਵਿੱਚ ਹੀ ਮੁਕਾਬਲਾ ਹੈ ਨਾ। ਦੇਖੋ ਗਾ ਸਭ ਠੀਕ ਰਹੇ ਨੇ, ਲੇਕਿਨ ਇੱਕ ਦੂਸਰੇ ਦੇ ਗਾਣੇ ਗਾ ਰਹੇ ਨੇ। ਸਹੀ ਸਹੀ। ਅੱਛਾ, ਅੰਡਰਰੇਟਡ ਕੌਣ ਹੈ? ਅੰਡਰਰੇਟਡ ਜਿਹੜਾ ਵਿਚਾਰਾ ਬਹੁਤ ਅੱਛਾ ਕੰਮ ਕਰ ਰਿਹਾ ਬਟ ਉਸ ਤਰ੍ਹਾਂ ਉਹਨੂੰ ਪਜ਼ੀਰਾਈ ਮਿਲ ਉਹ ਨਹੀਂ ਮੈਂ ਵੀ ਇੱਥੇ ਉਹਨਾਂ 'ਚ ਸ਼ਾਮਲ ਮੈਂ ਪਹਿਲਾਂ ਸ਼ਾਮਲ ਹਾਂ। ਤੁਸੀਂ ਮੇਰਾ ਕੰਮ ਦੇਖੋਗੇ ਨਾ ਇਨਸ਼ਾਅੱਲਾ, ਤੇ ਤੁਸੀਂ ਇਹ ਕਹੋਗੇ ਯਾਰ ਖਾਜਾ ਸਾਹਿਬ ਅੱਲੇ ਦੇਖੋ, ਜਿਸ ਤਰ੍ਹਾਂ ਮੌਤ ਦਾ ਇੱਕ ਵਕਤ ਮੁਕਰਰ ਹੈ ਨਾ ਬਾਸ਼ਾ ਜੀ, ਐਸੀ ਤਰ੍ਹਾਂ ਤੁਹਾਡੀ ਕਾਮਯਾਬੀ ਦਾ ਇੱਕ ਦਿਨ ਮੁਕਰਰ ਹੈ। ਤੁਹਾਨੂੰ ਲੱਗਦਾ ਹੈ ਤੱਕ ਤੁਹਾਨੂੰ ਉਸ ਤਰ੍ਹਾਂ ਦੀ ਕਾਮਯਾਬੀ ਨਹੀਂ ਮਿਲੀ? ਨਹੀਂ ਮਿਲੀ। ਦੂਸਰੀ ਗੱਲ ਹੈ ਪੂਰੀ ਦੁਨੀਆ 'ਚ ਜਿੰਨੇ ਵੀ ਆਰਟਿਸਟ ਨੇ ਉਹ ਸਾਰੇ ਵਿਚਾਰੇ ਗਰੀਬ ਗੁਰਬਾ ਆਰਟਿਸਟ ਹਨ। ਉਹਨਾਂ ਨੇ ਭੁੱਖ ਨੰਗ ਕੱਟੀ ਆਪਣੀ। ਭੁੱਖ ਦਾ ਮਤਲਬ ਹੈ ਕਿ ਉਹਨੂੰ ਰੋਟੀ ਨਹੀਂ ਮਿਲੀ, ਨੰਗ ਦਾ ਮਤਲਬ ਹੈ ਕੱਪੜੇ ਉਹਨਾਂ ਨੇ ਐਸੇ ਪਾਏ ਸਨ ਕਿ ਬਸ ਯਾਰ ਗੁਜ਼ਾਰੇ ਹੀ ਸਨ। ਤੇ ਅੱਜ ਤੁਸੀਂ ਦੇਖੋ ਉਹਨਾਂ ਦਾ ਹੀ ਨਾਂ ਹੋਇਆ ਹੈ। ਤੁਸੀਂ ਨੁਸਰਤ ਸਾਹਿਬ ਨੂੰ ਦੇਖੋ, ਮਹਿਦੀ ਸਾਹਿਬ ਨੂੰ ਦੇਖੋ, ਤੁਸੀਂ ਗੁਲਾਮ ਅਲੀ ਸਾਹਿਬ ਨੂੰ ਦੇਖੋ। ਮਤਲਬ ਗੁਲਾਮ ਅਲੀ ਸਾਹਿਬ ਮੈਂ ਇਹ ਸਮਝਣਾ ਕਿ ਇਸ ਦੌਰ ਦੇ ਉਹ ਗੈਰਤਮੰਦ ਜਿਹੜੇ ਨਹੀਂ ਹੁੰਦੇ, ਗੈਰਤਮੰਦ ਸਿੰਗਰ ਕਿ ਜਿਨ੍ਹਾਂ ਨੂੰ ਫਿਲਮਾਂ 'ਚ ਵੀ ਇੰਨਾ ਗਾਣੇ ਨਹੀਂ ਮਿਲੇ, ਉਹਨੇ ਪ੍ਰਾਈਵੇਟ ਐਲਬਮ ਵਿੱਚ ਉਹ ਕੰਮ ਕੀਤਾ ਹੈ ਜਿਹੜਾ ਮੇਰੇ ਖਿਆਲ ਸੇ ਜਾਂ ਦਾਉਲਾ ਇਸਾ ਖੇਲਵੀ ਸਾਹਿਬ, ਉਹਨਾਂ ਨੇ ਪ੍ਰਾਈਵੇਟ ਐਲਬਮ ਦੇ ਵਿੱਚ ਬਹੁਤ ਅੱਛਾ ਕੰਮ ਕੀਤਾ ਹੈ। ਉਹ ਵੀ ਜਦੋਂ ਫਿਲਮਾਂ 'ਚ ਗਏ ਉਹ ਵੀ ਫਲॉप, ਸੁਪਰ ਫਲॉप ਹੋਏ। ਉਹ ਆਰ ਸਾਹਿਬ ਈਵਨ ਉਹਨਾਂ ਦੇ ਮਾਸ਼ਾਅੱਲਾ ਤੁਸੀਂ ਗਾਣੇ ਦੇਖੋ ਕੀ ਅੱਛੇ ਗਾਣੇ। ਹਾਂਜੀ। ਤੇ ਲੇਕਿਨ ਉਹ ਪਾਕਿਸਤਾਨੀ ਫਿਲਮਾਂ ਜੋ ਉਹਨਾਂ ਨੇ ਕੀਤਾ, ਖੁਦ ਵੀ ਕੰਮ ਕੀਤਾ ਲੇਕਿਨ ਨਹੀਂ ਚੱਲ ਸਕੇ, ਲੇਕਿਨ ਕੰਮ ਉਹਨਾਂ ਨੇ ਬਹੁਤ ਅੱਛਾ ਕੀਤਾ। ਕੀ ਬਾਤ ਹੈ। ਬਿਲਕੁਲ। ਪੰਜਾਬ ਦੇ ਅੰਦਰ ਅਗਰ ਕੋਈ ਪੰਜਾਬੀ ਸਿੰਗਰ, ਮੈਂ ਅਗਰ ਕਿਸੇ ਨੂੰ ਮੰਨਾ ਤਾਂ ਆਰ ਫਲॉप ਸਾਹਿਬ, ਵਾਹ ਵਾਹ ਵਾਹ, ਜਿਹਨੂੰ ਚੜ੍ਹਦਾ ਪੰਜਾਬ ਵੀ ਅੱਜ ਸਲਾਮ ਕਰਦਾ ਹੈ। ਹਾਂ ਅੱਛਾ, ਹੁਣ ਮੈਂ ਕੁਝ ਸਿੰਗਰਸ ਦੇ ਨਾਮ ਬੋਲਾਂਗੀ ਤੁਹਾਡੇ ਸਾਹਮਣੇ, ਤੁਸੀਂ 10 ਵਿੱਚੋਂ ਉਹਨਾਂ ਨੂੰ ਨੰਬਰ ਦੇਣੇ ਨੇ। ਜੀ ਦਿਓ। ਠੀਕ ਹੋ ਗਿਆ। ਆਤਿਫ ਅਸਲਮ। क्या बात है जी, बल्कि 11 नंबर लिखो। ओके। हाँ जी। राहत फतेह अली खान। क्या बात है। प्लस 10 सर। 10 प्लस। हाँ जी। ओके। मलकू भाई ਨੂੰ 8 ਨੰਬਰ ਦਿਆਂਗਾ ਕਿਉਂਕਿ ਮੇਰੇ ਯਾਰ ਮੇਰੇ ਬਾਦ ਨਾਰਾਜ਼ ਹੀ ਨਾ ਹੋ ਜਾਣ। ਓਕੇ। ਤੇ 2 ਨੰਬਰ ਕਿਸ ਚੀਜ਼ ਦੇ ਕੱਟੇ ਆ? 2 ਨੰਬਰ ਉਹਨਾਂ ਦੀ ਪਰਸਨੈਲਿਟੀ ਦੇ। ਉਹ ਕਿਉਂ? ਕਿਉਂਕਿ ਉਹ ਅੱਛਾ ਠੀਕ ਆ ਲੇਕਿਨ ਉਹ ਇਤਨਾ ਅੱਛਾ ਦਿਖਦੇ ਨਹੀਂ ਨੇ, ਯਾਨੀ ਆਪਣੇ ਆਪ ਨੂੰ ਪ੍ਰੈਜ਼ੈਂਟ ਨਹੀਂ ਕਰ ਪਾ ਰਹੇ। ਪ੍ਰੈਜ਼ੈਂਟ ਅੱਛਾ ਕਰਨ, ਉਹ ਜਿੰਨਾ ਅੱਛਾ ਪ੍ਰੈਜ਼ੈਂਟ ਕਰਨਗੇ ਆਰਟਿਸਟ ਬਹੁਤ ਅੱਛਾ ਹੋ। ਪ੍ਰੈਜ਼ੈਂਟੇਸ਼ਨ ਥੋੜੀ ਕੀ ਕਰਨਾ ਚਾਹੀਦਾ ਆਪਣੀ ਪਰਸਨੈਲਿਟੀ? ਵੀਡੀਓ ਅੱਛੀ ਕਰਨੀ ਚਾਹੀਦੀ ਉਹਨਾਂ ਨੂੰ। ਵੀਡੀਓ ਬੜੀ ਹਲਕੀ ਕਰਦੇ ਨੇ ਉਹ, ਤੇ ਆਪਣੇ ਵਾਰਡਰੋਬ ਤੋਂ ਬਹੁਤ ਕੰਮ ਕਰਨਾ ਚਾਹੀਦਾ, ਆਪਣੇ ਸਟਾਈਲ ਤੇ ਉਹਨਾਂ ਨੂੰ ਬਹੁਤ ਕੰਮ ਕਰਨਾ ਚਾਹੀਦਾ। ਸਹੀ। ਅੱਛਾ, ਜ਼ਿਸ਼ਾਨ ਰੋਖੜੀ ਨੂੰ ਕਿੰਨੇ ਨੰਬਰ? ਜ਼ਿਸ਼ਾਨ ਰੋਖੜੀ ਨੂੰ ਵੀ 7-8 ਨੰਬਰ ਹੀ ਦੇਾਂਗੇ। 7 ਨੰਬਰ। 3 ਨੰਬਰ ਕਿਉਂ ਕੱਟੇ? ਇਹ ਨੰਬਰ ਐਸੇ ਕੱਟਣ, ਉਹਨਾਂ ਦੀ ਵੀ ਜਿਹੜੇ ਵੀਡੀਓਜ਼ ਹਨ ਉਹ ਬਿਲਕੁਲ ਇੱਕ ਹੀ ਜਗ੍ਹਾ ਖੜੇ ਹੋ ਕੇ, ਮੂਵਮੈਂਟ ਨਹੀਂ ਹੈ ਬਿਲਕੁਲ। ਦੇਖੋ ਆਰਟਿਸਟ ਜਿਹੜਾ ਨਾ ਉਹ ਮੂਵਮੈਂਟ ਕਰਦੇ ਚੰਗਾ ਲੱਗਦਾ। ਪਰਫਾਰਮੈਂਸ। ਹਾਂ, ਪਰਫਾਰਮੈਂਸ ਬੜੀ ਮੈਟਰ ਕਰਦੀ ਹੈ। ਹੁਣ ਤੁਸੀਂ ਇੱਕ ਆਵਾਜ਼ਾ ਲੈ ਕੇ ਉੱਥੇ ਬਹਿ ਕੇ ਉੱਥੇ ਗਾਣਾ ਵੀ ਗਾ ਰਹੇ ਹੋ ਤੇ ਵੀਡੀਓ ਵੀ ਕਰ ਰਹੇ ਹੋ ਨਹੀਂ ਅੱਛੀ, ਜਾਂ ਇੱਕ ਸੀਟ ਤੇ ਬੈਠ ਕੇ ਸੀਟ ਨੂੰ ਇੱਧਰ ਘੁਮਾ ਰਹੇ ਹੋ ਇੱਧਰ ਘੁਮਾ ਰਹੇ ਹੋ, ਇਹ ਜਸਟੀਫਾਈ। ਯਾਨੀ ਜਿੱਥੇ ਤੁਸੀਂ ਗਏ ਹੋ ਆਵਾਮ ਨੂੰ ਆਪਣੇ ਨਾਲ ਇੰਗੇਜ ਕਰਨਾ ਚਾਹੀਦਾ ਹੈ। ਮੈਂ ਵੀਡੀਓ ਦੀ ਗੱਲ ਕਰ ਰਿਹਾ ਕਿ ਵੀਡੀਓ ਦੀ ਵੀ ਇਹੀ ਹੋ ਰਹੀ ਹੈ ਕਿ ਉਹ ਸੀਟ ਤੇ ਬੈਠੇ ਨੇ ਜਾਂ ਖੜੇ ਨੇ, ਹੱਥ ਉੱਤੇ ਹੋ ਰਹੇ ਨੇ, ਹੱਥ ਥੱਲੇ ਹੋ ਰਹੇ ਨੇ, ਹੱਥ ਇੱਧਰ ਹੋ ਰਹੇ ਨੇ, ਫੇਸ ਬਿਲਕੁਲ ਫਲੈਟ ਕੀਤਾ ਹੋਇਆ ਹੈ। ਮਤਲਬ ਥੋੜੀ ਮੋਹਟ ਹੋ ਜਾਂਦੀ ਹੈ ਨਾ। ਮੈਂ ਸਮਝ ਗਈ, ਪਰਫਾਰਮੈਂਸ ਹੋਣੀ ਚਾਹੀਦੀ ਹੈ। ਉਹਦੇ ਨਾਲ ਮੈਂ ਦੇਖਿਆ ਜ਼ਿਸ਼ਾਨ ਭਾਈ ਦੇ ਨਾਲ ਕਾਫੀ ਲੜਕੀਆਂ ਅੱਛੀਆਂ, ਉਹਨਾਂ ਨੇ ਮਾਡਲਾਂ ਨੇ ਕੰਮ ਕੀਤਾ ਹੈ ਨਾ, ਉਹ ਮਾਡਲ ਕੰਮ ਕਰ ਰਹੀਆਂ ਨੇ ਤੇ ਨਾ ਜ਼ਿਸ਼ਾਨ ਭਾਈ ਕੰਮ ਕਰ ਰਹੇ ਨੇ। ਬਸ ਆਪਸ ਵਿੱਚ ਇੱਧਰ ਉਧਰ ਜਾ ਰਹੇ ਨੇ, ਉਧਰ ਇੱਧਰ ਆ ਰਹੇ ਨੇ, ਵਿੱਚੋਂ ਕੈਮਰਾ ਅੰਦਰ ਉਧਰ ਲੰਘੀ ਜਾ ਰਿਹਾ ਹੈ। ਵਾਜਿਦ ਅਲੀ ਬਗਦਾਦੀ, ਉਹਨੂੰ ਫਿਰ ਮੈਂ 2 ਹੀ ਨੰਬਰ ਦੇਵਾਂਗਾ, ਉਹ ਲੋਕਾਂ ਨੂੰ ਬੜੇ 2-2 ਨੰਬਰ ਦਿੰਦਾ। ਕਿਉਂ ਦੇ ਰਹੇ ਨੇ ਉਹ ਸਾਰਿਆਂ ਨੂੰ? ਇਸ ਵਾਸਤੇ ਨਾ ਕਿ ਉਹ ਮੈਂ ਉਹਨਾਂ ਦਾ ਪਿਛਲਾ ਇੰਟਰਵਿਊ ਸੁਣਿਆ ਸੀ, ਉਹ ਬੜੀ ਆਪਣੀ ਡਰੈਸਿੰਗ ਤੇ ਗੱਲ ਕਰ ਰਹੇ ਸਨ। ਹਾਂ, ਕਹਿੰਦੇ ਮੈਂ ਬਹੁਤ ਮਹਿੰਗੀ ਡਰੈਸਿੰਗ ਕਰਦਾ। ਕਹਿੰਦਾ ਜੀ 12,000 ਰੁਪਏ ਦਾ ਸੂਟ ਪਾਣਾ। ਅੱਛਾ। ਹਾਂ, ਉਹ ਕਹਿੰਦਾ ਬਹੁਤ ਮਹਿੰਗੀ ਤੇ 12,000 ਰੁਪਏ ਦਾ ਸੂਟ ਹੈ। ਓਕੇ। ਕਾਸ਼ਾ ਜੀ ਅੱਜ ਕੱਲ 12,000 ਰੁਪਏ ਦੀਆਂ ਸੌਕਸ ਨਹੀਂ ਮਿਲਦੀਆਂ, ਯਕੀਨ ਕਰੋ, ਚੰਗੀਆਂ ਪਾਓ ਨਾ ਮਾਸ਼ਾਅੱਲਾ, ਤੁਸੀਂ ਸਭ ਗੱਲ ਸਮਝਦੇ ਹੋ। ਹੁਣ ਸਾਰੇ ਕੱਪੜੇ ਪਾਏ 12,000 ਸਾਨੂੰ ਬ੍ਰਾਂਡ ਦੁਕਾਨ ਦੇ ਅੰਦਰ ਨਹੀਂ ਆਣ ਦਿੰਦਾ। ਇਹ ਹੁਣ ਪਾ ਕੇ ਆਏ ਨਾ ਤੇ ਲੱਖ ਰੁਪਏ ਦੇ ਸੂਟ ਪਾ ਕੇ ਆਏ। ਚਲੋ ਇਹ ਵੀ ਹੁਣ ਅਸੀਂ ਕਰਾਂਗੇ ਬ੍ਰੇਕ ਡਾਊਨ ਤੁਹਾਡਾ, ਲੇਕਿਨ ਬਗਦਾਦੀ ਦਾ ਮਸਲਾ ਕੀ ਤੁਸੀਂ ਦੱਸਿਆ? ਬਗਦਾਦੀ ਦਾ ਮਸਲਾ ਇਹ ਵੇ ਕਿ ਗਾਣੇ ਉਹਦੇ ਵੀ ਉਹ ਦੇਖੋ ਵੈਲਕਮ ਚੋਰੀ ਦੇ ਗਾਣੇ ਸਾਰੇ ਗਾਏ ਜਾ ਰਹੇ ਤੇ ਗੱਲਾਂ ਲੋਕਾਂ ਨੂੰ ਕਰ ਰਿਹਾ, ਨਹੀਂ ਕਰਨੀਆਂ ਚਾਹੀਦੀਆਂ। ਜਦ ਤੁਸੀਂ ਗੱਲ ਕਰੋਗੇ ਤਾਂ ਲੋਕ ਵੀ ਗੱਲ ਕਰਨਗੇ। ਮਤਲਬ 12,000 ਰੁਪਏ ਦਾ ਤੂੰ ਕੱਪੜੇ ਪਾ ਕੇ ਸਾਨੂੰ ਦੱਸ ਰਿਹਾ ਕਿ ਯਾਰ ਕਿ ਮੈਂ ਇੰਨੇ ਮਹਿੰਗੇ ਕੱਪੜੇ ਪਾਣਾ, ਤੁਸੀਂ ਖੁਦ ਪਾਣ ਵਾਲੇ ਤੁਹਾਨੂੰ ਨਹੀਂ ਪਤਾ ਕਿੰਨੇ ਮਹਿੰਗੇ ਸੂਟ ਮਿਲਦੇ ਨੇ। ਨਹੀਂ, ਪਰਫਾਰਮੈਂਸ ਵਾਸਤੇ ਮੈਂ ਤੇ ਵੈਸੇ ਇੰਨਾ ਕੱਪੜਿਆਂ ਤੇ ਖਰਚਦੀ ਨਹੀਂ, ਮੇਰਾ ਏਡਾ ਸ਼ੌਕ ਨਹੀਂ ਹੈਗਾ, ਬਟ ਮੈਨੂੰ ਇੰਨਾ ਪਤਾ ਹੈ ਕਿ ਬਹੁਤ ਮਹਿੰਗੇ ਕੱਪੜੇ ਹੁੰਦੇ, ਡਿਜ਼ਾਈਨਰ ਡਰੈਸਸ। ਸਰ ਅੱਛਾ ਵੀਡੀਓ ਕਰ ਲਓ ਤੇ ਫਿਰ ਉਹਦੇ ਵਿੱਚ ਤੁਸੀਂ ਅਗਰ ਅੱਛੇ ਕੱਪੜੇ ਪਾਣੇ ਨੇ, ਕਿੰਨੇ ਘੱਟੋ ਘੱਟ ਵੀ ਜੇ ਬੰਦਾ ਖਿੱਚ ਕੇ ਵੀ ਪੈਸੇ ਲਗਾਏ ਅੱਛੇ ਵੀਡੀਓ ਤੇ, ਅੱਛੇ ਬ੍ਰਾਂਡਡ ਕੱਪੜੇ ਤੇ, ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨੇ ਕੁ ਪੈਸੇ ਲੱਗਦੇ ਹੋਣਗੇ? ਦੇਖੋ ਜੀ ਮੈਂ ਤਾਂ ਬਹੁਤ ਮਹਿੰਗੀ ਵੀਡੀਓ ਕੀਤੀਆਂ ਨੇ। ਮੇਰੀ ਅਜੇ ਤੱਕ ਸਭ ਤੋਂ ਮਹਿੰਗਾ ਵੀਡੀਓ ਕਿਹੜਾ ਸੀ? ਜੱਟ ਐਂਡ ਜੱਟੀ ਕੀਤਾ ਹੈ, ਜਿਹਦੇ ਵਿੱਚ ਕੋਈ 40 ਤੇ ਲੜਕੀਆਂ ਲੜਕੇ ਸਨ ਪਿੱਛੇ। ਠੀਕ ਹੈ।
ਉਸ ਤੋਂ ਬਾਅਦ ਅਸੀਂ ਐਰੀਲੈਕਸ ਦਾ ਕੈਮਰਾ ਯੂਜ਼ ਕੀਤਾ ਠੀਕ ਹੈ। ਸਾਡੇ ਜਿਹੜੀ ਮਾਡਲ ਸੀ ਦੀਦਾਰ ਮੁਲਤਾਨੀ ਸਟੇਜ ਤੋਂ, ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ। ਗੁਰਮੀਤ ਸਿੰਘ ਦੀ 뮤직 ਸੀ ਇੰਡੀਆ ਤੋਂ, ਸਹੀ। ਸਿਮਰਨ ਭਰਦਵਾਜ ਇੰਡੀਆ ਤੋਂ, ਮੈਂ ਉਹਦੇ ਕੋਲ ਗਾਣਾ ਗਾਇਆ। ਅੱਛਾ, ਇਹ ਤੁਹਾਨੂੰ ਪਤਾ ਇੰਡੀਅਨ ਲੜਕੀ ਮੁਫਤੀ 'ਚ ਕੰਮ ਕਰ ਦਿੰਦੀ ਹੈ ਤੁਹਾਡਾ। ਤੇ ਪੂਰਾ ਸਾਰਾ ਖਰਚਾ ਮਿਲਾ ਕੇ ਉਸ ਗਾਣਾ ਕਿੰਨੇ ਦਾ ਪਿਆ? ਤਕਰੀਬਨ 22 ਲੱਖ ਦਾ। ਓਕੇ, ਤੇ ਫਿਰ ਹਾਂ ਸਹੀ ਹੈ, ਤੁਸੀਂ ਸੱਚੇ ਹੋ ਬਈ। ਅੱਛਾ ਜੀ, ਅੱਛਾ 22 ਲੱਖ ਰੁਪਏ ਤੇ ਮੈਂ ਤੁਹਾਨੂੰ ਦੱਸਦਾ, ਹੁਣ ਅਗਰ ਮੇਰੀ ਬੇਗਮ ਨੇ ਸੁਣ ਲਿਆ ਤੇ ਬੜਾ ਕੰਮ ਖਰਾਬ ਹੋ ਜਾਏਗਾ। FBR ਤੋਂ ਜ਼ਰਾ ਤੇ ਬੇਗਮ ਤੁਹਾਡਾ ਟੈਕਸ ਕੱਟੇਗੀ। ਉਹਨੇ ਤੇ ਉਹ ਟੈਕਸ ਕੱਢੇ ਨੇ ਮੈਡਮ, ਉਹਨੇ ਬਲਕਿ ਕੱਢੇ ਨਹੀਂ ਨਾ, ਕੱਢੇ ਨੇ। ਓਕੇ, ਬਾਸਿਤ ਨਈਮੀ ਸਾਹਿਬ ਅੱਛਾ ਬੰਦਾ, ਮੁਸਕਰਾਹਟ ਬੜੀ ਸੋਹਣੀ ਲੱਗਦੀ ਹੈ ਮੈਨੂੰ ਉਹਨਾਂ ਦੀ। ਬਹੁਤ ਅੱਛਾ ਹੈ। ਅੱਛਾ, ਔਰ ਨੰਬਰ ਕਿੰਨੇ ਦੋਗੇ? ਨੰਬਰ ਉਹਨੂੰ ਮੈਂ ਦੇਵਾਂਗਾ 8। ਉਹ 2 ਕਿਉਂ ਕੱਟ ਲੈ? ਉਹ ਵੀ ਉਹ ਮਤਲਬ ਕਿ ਉਹਦੀ ਵੀਡੀਓ ਉਹ ਕੁਰਸੀ ਵਾਲੇ ਸਿੰਗਰ ਨੇ तकरीबन मेरा मतलब अच्छा। है लेकिन अच्छा सिंगर है वो आने वाले दिनों का बहुत अच्छा सिंगर है आने वाले दिनों ठीक है जेड़ा इन्हां सारियां नु टक्कर देगा। ओके, नईम हजार भी क्या बात है, अच्छा सिंगर, बहुत अच्छा सिंगर, मेरे इलाके दा है, मेरा भाई है, तो उन्होंने भी 8 नंबर जरूर देंगा। ओके, 2 नंबर बड़ा तुसी भूखे हो। 2 नंबर असल जे वो 2 नंबर जेड़े तुसी समझो गल। अल्लाह, ओके ये वो 2 नंबर ने। अच्छा, सकलैन मूसा खेल भी बड़ा छाए हुए ने, बस वो छाए हुए ने बेचारे। ते रहणगे या चले जाणगे? नहीं रहणगे तो सही, क्योंकि ऐसा ना सराइकिस्तान है। जी 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 जी, ਇੱਥੇ ਜਿਹੜਾ ਆਂਦਾ ਉਹ ਰਹਿੰਦਾ ਹੈ। ਰਹਿਣਾ ਡੈਫੀਨਿਟਲੀ, ਕਿਉਂਕਿ ਉਹਨਾਂ ਦੇ ਆਪਣੀ ਫੈਨ ਫਾਲੋਇੰਗ ਬਹੁਤ ਹੁੰਦੀ ਹੈ। ਇੰਟਰਨੈਸ਼ਨਲੀ ਅਗਰ ਦੇਖੋ ਨਾ, ਤੇ ਮੈਂ ਜਿੰਨੇ ਸਿੰਗਰ ਨੇ ਇਹਨਾਂ ਨੂੰ ਕੋਈ ਨਹੀਂ ਲੋਕ ਜਾਣਦੇ। इंटरनेशनली देखो आतिफ असलम ही है, साहिल बग्गा जी है, अपना राहत साहब ने, सजाद अली साहब ने, अली जफर साहब ने, ਇਹਨਾਂ ਨੂੰ ਲੋਕ ਜਾਣਦੇ ਨੇ, ਇਹਨਾਂ ਨੂੰ ਲੋਕ ਨਹੀਂ ਜਾਣਦੇ। ਮਲਕੂ ਭਾਈ ਨੂੰ ਵੀ ਲੋਕ ਜਾਣਦੇ ਨੇ। ਓਕੇ, ਅੱਛਾ, ਤੇ ਨੰਬਰ ਕਿੰਨੇ ਦੋਗੇ? ਯਾਨੀ ਦੱਸੇ ਕੀ ਨਾਮ ਸੀ ਸਕਲੈਨ ਨੂੰ? ਉਹ ਇਹਨੂੰ ਕੋਈ ਨੰਬਰ, ਇਹ ਨੰਬਰਾਂ ਤੋਂ ਬਗੈਰ ਲਈ ਗੱਡੀ ਹੈ। ਇਹ ਬਗੈਰ ਨੰਬਰਾਂ ਵਾਲੀ ਗੱਡੀਆਂ ਨੇ, ਇਹਨਾਂ ਦੇ ਨੰਬਰ ਸ਼ੰਬਰ ਕੋਈ ਨਹੀਂ ਸਰ। ਸਰ ਇਹਨਾਂ ਦਾ ਕਿਹੜਾ ਕੋਈ ਗਾਣਾ ਕੋਈ ਮਤਲਬ ਹੈ ਕਿ ਇਹ ਸਮਝਦੇ ਨੇ ਕਿ ਅਸੀਂ ਜਿਹੜਾ ਗਾਣਾ ਗਾਇਆ ਉਹਦੇ ਕੋਈ 10-15 ਮਿਲੀਅਨ ਵਿਊ ਆ ਗਏ ਨੇ ਤੇ ਅਸੀਂ ਹਿੱਟ ਹੋ ਗਏ ਆ। ਐਸਾ ਨਹੀਂ ਹੁੰਦਾ। ਸਰਾਇਕੀ ਤੇ ਹਰ ਗਾਣੇ ਨੂੰ ਮਿਲੀਅਨ, ਉਹ ਮਿਲੀਅਨ ਉਹਨਾਂ ਦੇ ਮਿਲੀਅਨ ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਕੋਈ ਐਵੇਂ ਕਿਸੇ ਬੰਦਾ ਨਹੀਂ ਮਿਲਦਾ। ਸੱਚੀ ਹਰ ਗਾਣੇ ਮਿਲ ਗਿਆ ਲੇਕਿਨ ਉਹਨਾਂ ਦੇ ਆਪਣੀ, ਮੈਂ ਤੁਹਾਨੂੰ ਦੱਸਿਆ ਨਾ ਕਿ ਸਰਾਇਕੀਆਂ ਦੇ ਅੰਦਰ ਨਾ ਇੱਕ ਆਪਣੀ ਉਹਨਾਂ ਦੀ ਫੈਨ ਫੋਲੋਇੰਗ ਹੁੰਦੀ ਹੈ ਇੱਕ ਆਰਟਿਸਟ ਦੀ। ਤੇ ਅਗਰ ਮਿਲੀਅਨ ਗਾਣਾ ਕਿਹੜਾ ਚੰਗਾ ਹੈ, ਗਾਣਾ ਕੰਨ ਨੂੰ ਕਿਹੜਾ ਅੱਛਾ ਲੱਗ ਰਿਹਾ ਹੈ, ਕੰਨ ਨੂੰ ਕਿਹੜਾ ਅੱਛਾ ਲੱਗ ਰਿਹਾ ਹੈ ਤੇ ਦੇਖਣ ਨੂੰ ਕਿਹੜਾ ਅੱਛਾ ਲੱਗ ਰਿਹਾ ਹੈ, सस्टेन करा कर रहे हैं। आसिम अजहर, क्या बात है, कितने नंबर? 10 नंबर। अच्छा, क्या बात है। आसिम अजहर बहुत अच्छा, और उसकी प्रेजेंटेशन बहुत अच्छी, शोज बहुत अच्छे करता है और लोगों ने बड़ा हिट भी है। क्या बात है। अच्छा जी, हसन रहीम, क्या बात है। सही, क्या बात है, बहुत अच्छे, बहुत अच्छे। देखो आने वाले आर्टिस्ट जब नवे आर्टिस्ट यंगस्टर्स, हाँ जी, देखो सारी जिंदगी लोग एक लोगों तो नहीं रहना, किन्ने आए किन्ने मर गए, ਅਸੀਂ ਵੀ ਮਰ ਜਾਣਾ ਹੈ, ਲੇਕਿਨ ਆਉਣ ਵਾਲੇ ਸਿੰਗਰਾਂ ਦੇ ਵਿੱਚ ਕੀ ਬਾਤ ਹੈ। ਸਹੀ। ਅੱਛਾ ਜੀ, ਤਲਹਾ ਅੰਜੁਮ ਰੈਪਰ ਜਿਹੜੇ ਨੇ, ਉਹ ਤਲਹਾ ਅੰਜੁਮ ਦੇ ਤੇ ਐਨੇ ਗਾਣੇ ਨਹੀਂ ਸੁਣੇ, ਰੈਪਰ ਨੇ ਜੈਂਜ਼ੀ ਦੇ ਵਿੱਚ ਉਹ ਕਾਫੀ ਮਕਬੂਲ ਬੱਚਾ ਠੀਕ ਹੈ, ਔਰ ਉਹਨੂੰ ਜਿਹੜਾ ਹੈ ਨੰਬਰ ਵੀ ਦੇਣੇ ਚਾਹੀਦੇ ਨੇ, ਕਿਉਂਕਿ ਦੇਖੋ ਬੱਚਿਆਂ ਨੂੰ ਸਪੋਰਟ ਕਰਨਾ ਚਾਹੀਦਾ। ਸਾਰੀ ਜ਼ਿੰਦਗੀ ਕੋਈ ਵਾਜੇ ਤਬਲੇ ਵਾਲੇ ਗਾਣੇ ਤਾਂ ਨਹੀਂ ਗਾਣੇ ਨਾ, ਜਾਂ ਤੁਸੀਂ ਕੋਈ ਫਿਲਮੀ ਗਾਣੇ ਨਹੀਂ ਗਾਣੇ। ਜਿਹੜੇ ਇਹ ਲੋਕ ਹਨ ਬੱਚੇ ਨੇ ਜਿਹੜੇ, ਇਹਨਾਂ ਨੇ ਆਪਣੀ ਫੈਨ ਫੋਲੋਇੰਗ ਬਹੁਤ ਅੱਛੀ ਕੀਤੀ। ਮੇਰੀ ਆਪਣੀ ਬੇਟੀ ਉਹਨੂੰ ਸੁਣਦੀ ਹੈ ਜੀ, ਮੈਨੂੰ ਕਹਿ ਰਹੀ ਬਾਬਾ ਜੀ ਤੁਸੀਂ ਵੀ ਇਹ ਜੇ ਗਾਣੇ ਗਾਓ। ਉਹਨੇ ਮੈਨੂੰ ਸੁਣਾਇਆ ਗਾਣਾ, ਮੈਂ ਕਿਹਾ ਬੇਟੇ ਕਿਆਮਤ ਵਾਲੇ ਦਿਨ ਅਸੀਂ ਇਹ ਗਾਣਾ ਗਾ ਸਕਨੇ ਆ, ਤੂੰ ਪਹਿਲੇ ਸਾਡੇ ਕੋਲ ਨਹੀਂ ਗਾਇਆ ਜਾਏਗਾ ਇਹ ਗਾਣਾ। ਅਬਰਾਰੁਲ ਹਕ, ਕੀ ਬਾਤ ਹੈ, ਆਲਵੇਜ਼ ਸੁਪਰਸਟਾਰ, ਓਕੇ, ਆਲ ਟਾਈਮ ਸੁਪਰਸਟਾਰ। ਮਤਲਬ ਇਹਨਾਂ ਨੂੰ ਕੋਈ ਨੰਬਰ ਸ਼ੰਬਰ ਨਹੀਂ ਮੈਡਮ। ਤੁਸੀਂ ਯਕੀਨ ਕਰੋ ਕਿ ਅਸੀਂ ਖੁਦ ਵੀ ਜਾਣੇ ਆ ਸ਼ੋਅ ਦੇ ਵਿੱਚ, 2-4 ਆਪਣੇ ਗਾਣੇ ਤੋਂ ਬਾਅਦ ਫਿਰ ਸਾਨੂੰ ਗਾਣੇ ਭੁੱਲ ਜਾਂਦੇ ਨੇ, ਫਿਰ ਅਸੀਂ ਬਰਾਰ ਭਾਈ ਨੂੰ ਗਾਣਾ ਸ਼ੁਰੂ ਕਰ ਦਿੰਦੇ ਹਾਂ। ਬਰਾਰ ਭਾਈ ਦੇ ਗਾਣੇ ਹਰ ਕਹਿੰਨੇ ਭੰਗੜੇ ਦਾ ਐਂਡਿੰਗ ਹੋਈ। ਸਰ ਮੈਂ ਤੁਹਾਨੂੰ ਕੀ ਕਹਿ ਰਿਹਾ ਵਾਂ ਕਿ ਅਸੀਂ ਆਪਣੇ ਗਾਣੇ ਫਿਰ ਭੁੱਲ ਜਾਂਦੇ ਹਾਂ, ਫਿਰ ਸਾਨੂੰ ਬਰਾਰ ਭਾਈ ਤੇ ਆਣਾ ਪੈਂਦਾ ਹੈ। ਕੀ ਬਾਤ ਹੈ। ਲੇਕਿਨ ਬਰਾਰ ਭਾਈ ਵੀ ਨੂੰ ਵੀ ਥੋੜੀ ਜਿਹੀ ਮਸ਼ਵਰਾ ਕਿ ਅੱਛੇ ਗਾਣੇ ਕਰੋ। ਅੱਛੇ ਕਰ। ਕਿਹੜਾ ਐਸਾ ਗਾਣਾ ਜਿਹੜਾ ਤੁਹਾਨੂੰ ਲੱਗਦਾ ਕਿ ਚੰਗਾ ਨਹੀਂ ਸੀ? ਹੁਣ ਵੀ ਉਹਨਾਂ ਨੇ ਗਾਣਾ ਕੀਤਾ ਹੈ, ਆਈ ਥਿੰਕ ਜਿਹੜੀ ਕੋਲੈਬੋਰੇਸ਼ਨ ਕੀਤੀ ਹੈ, ਬਸ ਉਹ ਆਇਆ ਤੇ ਨਿਕਲ ਗਿਆ। ਉਹ ਜਿਹੜਾ ਉਹਨਾਂ ਦਾ ਗਾਣਾ ਹੁਸਨਾ ਦੀ ਸਰਕਾਰ, ਜੀ ਹੁਸਨਾ ਦੀ ਸਰਕਾਰ, ਉਹਦੇ ਵਿੱਚ ਵੀ ਉਹਨਾਂ ਨੇ ਪੋਰਸ਼ਨ ਲਿਆ ਹੈ, ਯਾਨੀ ਉਹਨਾਂ ਨੇ ਵੀ ਚੋਰੀ ਕੀਤੀ। ਤੇਰੀ ਦੀ ਛਾਂ ਮੈਂ ਛਾਵੇਂ ਬੈਨੀਆਂ। ਲੈ ਪੁਰਾਣੇ ਗਾਣੇ ਬਾਣੀ ਇੰਨੇ ਸੋਹਣਗੇ, ਉਹਨਾਂ ਨੂੰ ਚੋਰੀ ਕਰਨ ਦਾ ਦਿਲ ਕਰਦਾ। ਸਾਡੇ ਕੋਲ ਕੁਝ ਬਾਣੀ ਨਹੀਂ ਰਿਹਾ। ਇਹ ਗੱਲ ਹੈ, ਉਹ ਕੁਛ ਨਾ ਉਹ ਰੱਖਦੇ ਜ਼ਰੂਰ ਨੇ ਤਾਂ ਕਿ ਨਾ ਲੋਕਾਂ ਦੀ, ਤਾਂ ਕਿ ਦੇਖੋ ਲੋਕਾਂ ਨੇ ਉਹ ਚੀਜ਼ਾਂ ਸੁਣੀਆਂ, ਉਹ ਰਚੀਆਂ ਸੁਣੀਆਂ ਨੇ। ਉਹ ਕਿਸੇ ਵੀ ਅੱਜ ਕੱਲ੍ਹ ਦੀ ਜਨਰੇਸ਼ਨ ਵੀ ਜਦ ਸੁਣੇਗੀ ਤਾਂ ਉਹ ਡੈਫੀਨਿਟਲੀ ਕਹੇਗੀ ਯਾਰ ਇਹ ਗਾਣਾ ਅੱਛੇ ਲੱਗ ਰਿਹਾ। ਤਾਂ ਉਹਨਾਂ ਦੀ ਮਜਬੂਰੀਆਂ ਹੋ ਗਈਆਂ ਨੇ ਲੋਕਾਂ ਦੇ ਗਾਣੇ ਦੇ ਵਿੱਚ ਆਪਣਾ। ਨਾਲ ਇਹ ਫੋਕ ਹੈ, ਇਹ ਸਾਡਾ ਪੰਜਾਬ ਦਾ ਫੋਕ ਹੈ, ਕੋਈ ਵੀ ਗਾ ਸਕਦਾ। ਬਿਲਕੁਲ। ਸਾਡੇ ਫੋਕ ਜਿਹੜੇ ਗੀਤ ਜਾਂ ਲੋਕ ਗੀਤ ਨੇ ਉਹਦੀ ਕੋਈ ਕਾਪੀਰਾਈਟ ਨਹੀਂ ਹੈ, ਉਹ ਕੋਈ ਵੀ ਗਾ ਸਕਦਾ ਹੈ। ਬਿਲਕੁਲ। ਨਸੀਰ ਸਾਹਿਬ, ਤੁਹਾਡੇ ਵਰਗੀ ਪਰਸਨੈਲਿਟੀ ਨਾਲ ਆਫ ਕੋਰਸ ਮੈਂ ਡੇਲੀ ਇੱਥੇ ਨਵੇਂ ਤੋਂ ਨਵੇਂ ਗੈਸਟ ਨਾਲ ਹੁੰਦੀ ਹਾਂ, ਤੇ ਥੋੜਾ ਬਹੁਤ ਪਰਸਨੈਲਿਟੀ ਸਮਝ ਆ ਜਾਂਦੀ ਹੈ। ਤੁਹਾਡੀ ਜਿਹੜੀ ਪਰਸਨੈਲਿਟੀ ਮੈਨੂੰ ਫੀਲ ਹੋਈ, ਤੁਸੀਂ ਦੱਸਣਾ ਹੈ ਮੈਂ ਸਹੀ ਆਬਜ਼ਰਵ ਕੀਤਾ ਜਾਂ ਨਹੀਂ, ਤੁਸੀਂ ਅੰਦਰੋਂ ਬਹੁਤ ਨਰਮ ਦਿਲ ਹੋ, ਬਹੁਤ ਜਲਦੀ ਰੋ ਦਿੰਦੇ ਹੋ,
ਬਹੁਤ ਕਮਜ਼ੋਰ ਦਿਲ ਦੇ ਹੋ, ਛੋਟੀ ਜੀ ਗੱਲ ਤੋਂ ਦਿਲ ਟੁੱਟ ਜਾਂਦਾ ਹੈ, ਗੱਲ ਸੱਚ ਹੈ? 50% ਸੱਚ ਹੀ ਹੈ ਤੇ 50% ਗਲਤ ਹੈ? ਗੱਲ ਇਹ ਵੀ ਕਿ ਰੋਇਆ ਤਾਂ ਮੈਂ ਕਦੀ ਵੀ ਨਹੀਂ। ਬੜੇ ਮੈਂ ਮੁਸ਼ਕਿਲਾਤ ਦੇਖੇ, ਬਿਜ਼ਨਸ ਦੇ ਵਿੱਚ ਮੁਸ਼ਕਿਲਾਤ ਦੇਖੇ, ਸਕੂਲ ਕਾਲਜ ਦੇ ਟਾਈਮ ਜਦ ਇਨਸਾਨ ਬੜਾ ਸ਼ੌਕ ਸੀ, ਮੈਂ ਸਿੱਖਿਆ ਮਿਊਜ਼ਿਕ ਪ੍ਰੋਪਰ, ਹਾਰਮੋਨੀਅਮ ਵਗੈरह, कीबोर्ड मैं खुद बजा लेना सही और प्रॉपर कमर्शियल बजाना। ओके ਤੇ ਲੇਕਿਨ ਉਸ ਟਾਈਮ ਮੇਰੇ ਕੋਲ ਪੈਸੇ ਨਹੀਂ ਸਨ। ਹਾਲਾਤ ਕਿਸ ਤਰ੍ਹਾਂ ਬਦਲੇ ਤੇ ਪਹਿਲੇ ਕਿੰਨੇ ਖਰਾਬ ਸੀ? ਹਾਲਾਤ ਸਕੂਲ ਕਾਲਜ ਦੇ ਟਾਈਮ ਤੇ ਬਹੁਤ ਹੀ ਖਰਾਬ ਹੋ ਗਏ ਤੇ ਫਿਰ 에ਅਰਪੋਰਟ ਇਸਲਾਮਾਬਾਦ 에ਅਰਪੋਰਟ ਤੇ ਚਲਾ ਗਿਆ, ਉੱਥੇ ਫਿਰ ਬੜੀ ਕਿਸਮਤ ਦੀ ਆਜ਼ਮਾਈ ਕੀਤੀ। ਹੁਣ ਮਾਸ਼ਾਅੱਲਾ ਮੇਰੀ ਕੰਪਨੀ ਦੇ ਵਿੱਚ 60-70 EMPLOYEES ਹਨ। ਮਾਸ਼ਾਅੱਲਾ ਮੇਰੀ ਲੌਜਿਸਟਿਕ ਐਂਡ ਫॉरवर्डिंग ਕੰਪਨੀ ਹੈ। आयाटा ਦਾ ਮੇਰੇ ਕੋਲ ਲਾਇਸੈਂਸ ਹੈ, ਕਸਟਮ ਕਲੀਨਰ ਦਾ ਮੇਰੇ ਕੋਲ ਲਾਇਸੈਂਸ ਹੈ। खूब पैसा कमाया तो खूब लगा रहे हैं। वाह, यानी पैसा कमा के जोड़ते नहीं पे लगांदे भी हो? नहीं जोड़िया जी, कर लिया बिजनेस किया, अपनी प्रॉपर्टी जीती, शादी है, बच्चे ने, बेगम नु माशाल्लाह कार बार उदे ना कीता, उन्हें कहा तू मेरे ना कर दे, पता नहीं तू किते गायब ना हो जाए किते। कहंदी है कार तू म्यूजिक करना है, मैं कहा कहंदी है कार मेरे ना कर दे, वो फ्लैट मेरे ना कर दे, गड्डी मेरे ना कर, ताकि तू किते जावे ते पैदल ही जावे। फिर सब कुछ करता देता है ਉਹਨਾਂ ਦੇ। ਹੁਣ ਜੇ ਤੂੰ ਛੱਡ, ਅੱਛਾ ਨਾ ਅੱਲਾਹ ਦਾ ਸ਼ੁਕਰ ਹੈ ਤੇ ਬਹੁਤ ਚੰਗੀ ਗੱਲ ਹੈ। ਮੈਂ ਤੁਹਾਨੂੰ ਕਿਹਾ ਅੱਲਾਹ ਦਾ ਬੜਾ ਸ਼ੁਕਰ ਹੈ। ਮੈਨੂੰ ਇਹ ਦੱਸੋ ਕਿ ਇਸ ਫੀਲਡ ਦੇ ਵਿੱਚ ਜੇ ਬੰਦੇ ਕੋਲ ਪੈਸਾ ਹੋਵੇ ਤੇ ਮੈਂ ਸੁਣਿਆ ਕਿ ਖਵਾਤੀਨ ਬਹੁਤ ਜ਼ਿਆਦਾ ਡਿਸਟਰੈਕਟ ਕਰਦੀਆਂ ਨੇ, ਕਦੇ ਕੋਈ ਵਾਕਿਆ ਹੋਇਆ ਅਜੀਬੋ ਗਰੀਬ? ਖਵਾਤੀਨ ਦਾ ਹਾਂ ਤਕਰੀਬਨ ਰੋਜ਼ ਹੀ ਹੁੰਦੇ ਨੇ। ਅੱਛਾ, ਪੈਸੇ ਦੇ ਪਿੱਛੇ ਆਉਂਦੀਆਂ ਨੇ? ਨਹੀਂ ਕੰਮ ਪੈਸਾ ਤੇ ਬੜਾ ਜ਼ਰੂਰੀ ਹੈ, ਉਹ ਤੇ ਪਤਾ ਹੈ, ਦੇਖੋ ਪੈਸੇ ਵੀ ਆਨੇ ਕੰਮ ਦੇ, ਫਿਰ ਕੰਮ ਵਾਸਤੇ ਵੀ ਆਉਂਦੀਆਂ ਨੇ ਕਿ ਯਾਰ ਸਾਨੂੰ ਖਾਜਾ ਸਾਹਿਬ ਤੁਸੀਂ ਕੰਮ ਦਿਓ, ਤੁਹਾਡੀ ਵੀਡੀਓ ਵੀ ਅੱਛੀ ਹੁੰਦੀ ਹੈ, ਤੁਸੀਂ ਪ੍ਰੋਪਰ ਵੀਡੀਓ ਕਰਦੇ ਹੋ, ਤੇ ਹਰ ਬੰਦੇ ਦਾ ਇੱਕ ਹੁੰਦਾ ਹੈ ਕਿ ਯਾਰ ਅੱਛਾ ਕੰਮ ਕਰੀਏ। ਤੇ ਅਸੀਂ ਆਪਣੇ ਪਿੰਡ ਇਸਲਾਮਾਬਾਦ ਦੇ ਵੀ ਬੜੀਆਂ ਕੁੜੀਆਂ ਦੇ ਨਾਲ, ਹੁਣ ਮੇਰਾ ਪੂਰੇ ਕੋਈ 8 ਗਾਣੇ ਦਾ ਐਲਬਮ ਰਿਲੀਜ਼ ਹੋਣੇ ਵਾਲਾ ਹੈ। मैं हल्का जा ਤੁਹਾਨੂੰ ਵਿਖਾਇਆ ਉਹਦਾ ਟ੍ਰੇਲਰ। ਅੱਛਾ ਤੇ ਤੁਹਾਨੂੰ ਅੱਛਾ ਲੱਗਾ ਹੋਵੇਗਾ। ਹਾਂ ਨਹੀਂ ਤੁਹਾਡਾ ਕੰਮ ਅੱਛਾ ਹੈ, ਰੰਗੀਨ ਕਲਰਫੁਲ ਜਿਹਾ ਰੌਣਕੀ ਕੰਮ ਹੈ। ਅੱਛਾ ਮੈਨੂੰ ਇਹ ਦੱਸੋ, ਜਦੋਂ ਪੈਸਾ ਨਹੀਂ ਹੈਗਾ ਸੀ ਉਦੋਂ ਇੱਜ਼ਤ ਹੈਗੀ ਸੀ? ਇੱਜ਼ਤ ਹੈ ਸੀ ਲੇਕਿਨ ਥੋੜੀ ਸੀ। ਮੈਂ ਇਹੀ ਮੈਂ ਕਹਿਣ ਲੱਗੀ ਸੀ ਕਿ ਮੈਂ ਸੁਣਿਆ ਅੱਜ ਕੱਲ ਦੇ ਦੌਰ 'ਚ ਸਿਰਫ ਜਿਹਦੇ ਕੋਲ ਜ਼ਾਰ ਹੈ ਉਹਦੇ ਕੋਲ ਹੀ ਇੱਜ਼ਤ ਹੈ। ਨਹੀਂ ਡੈਫੀਨਿਟਲੀ ਉਹਦੇ ਕੋਲ ਨਹੀਂ, ਸੌਰੀ ਉਹਦੀ ਉਦੋਂ ਹੀ ਇੱਜ਼ਤ ਹੈ ਜਿਹਦੇ ਕੋਲ ਪੈਸਾ। ਬੁਰੀ ਗੱਲ ਨਹੀਂ ਹੈ। ਦੇਖੋ ਮੈਂ ਤੁਹਾਨੂੰ ਦੱਸਾਂ, ਮੈਂ 91 92 ਦੇ ਵਿੱਚ ਮੈਂ ਇਸਲਾਮਾਬਾਦ 에ਅਰਪੋਰਟ ਤੇ ਗਿਆ। ਅੱਛਾ ਤੇ ਮੈਨੂੰ ਉਸ ਟਾਈਮ ਵੀ ਪਤਾ ਚੱਲ ਗਿਆ ਸੀ ਕਿ ਅਗਰ ਤੂੰ ਇੱਜ਼ਤ ਕਮਾਣੀ ਹੈ ਖਾਜਾ ਸਾਹਿਬ ਤੇ ਪੈਸਾ ਕਮਾ ਲੈ। ਤੇ ਉਸ ਟਾਈਮ ਦਾ ਮੈਂ ਪੈਸਾ ਕਮਾਇਆ, ਫਿਰ ਉਹਨੂੰ ਜੋੜਿਆ ਵੀ। ਪੈਸਾ ਕਮਾਣਾ ਆਸਾਨ ਹੈ, ਹਾਂ ਕਮਾਣਾ ਆਸਾਨ ਹੈ, ਜੋੜਨਾ ਮੁਸ਼ਕਿਲ ਹੈ। ਮੈਨੂੰ ਇੱਕ ਕਹਾਣੀ ਯਾਦ ਆ ਗਈ। ਇੱਕ ਬੁੱਢੀ ਜੀ ਔਰਤ ਸੀ ਤੇ ਉਹਦੀਆਂ 2 ਨੌਂਹਾਂ ਸੀ, ਉਹਨੂੰ ਪੁੱਛਦੀਆਂ ਹੀ ਨਹੀਂ ਸੀ, ਹਰ ਵੇਲੇ ਨਾ ਰੋਟੀ ਪੁੱਛਣੀ ਨਾ ਪਾਣੀ ਪੁੱਛਣਾ, ਬਹੁਤ ਹੀ ਬੁਰਾ ਹਾਲ। ਤੇ ਵਿਚਾਰੀ ਬੜੀ ਹਰ ਵੇਲੇ ਰੋਂਦੀ ਰਹਿੰਦੀ ਸੀ ਕਿ ਮੈਂ ਕੀ ਕਰਾਂ, 2 ਮੇਰੇ ਪੁੱਤ ਉਹ ਵੀ ਮੇਰੇ ਤੋਂ ਦੂਰ, ਮੇਰੀਆਂ ਨੌਂਹਾਂ ਵੀ ਦੂਰ। ਤੇ ਉਹਦਾ ਜਿਹੜਾ ਬੰਦਾ ਸੀ, ਯਾਨੀ ਕਿ ਕੁੜੀਆਂ ਦਾ ਸੁਸਰ, ਉਹ ਵੀ ਨਹੀਂ ਪੁੱਛਦਾ ਸੀ, ਉਹ ਵੀ ਬਾਹਰ ਚਲਾ ਗਿਆ, ਉਹਨੂੰ ਇਗਨੋਰ ਕਰ ਦਿੱਤਾ ਨਾ। ਅੱਛਾ ਸਾਰੀ ਜ਼ਿੰਦਗੀ ਉਹਨੇ ਬੜਾ ਜੀ ਜ਼ੁਲਮ ਕੀਤਾ ਨਾ ਆਪਣੀ ਬੀਵੀ ਦੇ ਨਾਲ। ਅੱਛਾ ਉਹਦੇ ਮਰਨ ਦਾ ਟਾਈਮ ਆਇਆ ਨਾ ਉਸ ਬੰਦੇ ਦਾ, ਤੇ ਉਹਨੇ ਕਿਹਾ ਚਲੋ ਸਾਰੀ ਜ਼ਿੰਦਗੀ ਤੇ ਮੇਰੇ ਨਾਲ ਬੜਾ ਜ਼ੁਲਮ ਕੀਤਾ ਆਪਣੀ ਬੀਵੀ ਦੇ ਨਾਲ, ਜਾਂਦੇ ਜਾਂਦੇ ਮੈਂ ਇਹਦਾ ਕੋਈ ਫਾਇਦਾ ਕਰ ਜਾ। ਉਹਨੇ ਆਪਣੀ ਨਾ ਬੁੱਢੀ ਨੂੰ ਬੁਲਾਇਆ, ਉਹਨੇ ਕਿਹਾ ਤੂੰ ਚਾਹਨੀ ਹੈ ਕਿ ਤੇਰੀਆਂ ਨੌਂਹਾਂ ਸਾਰੀ ਜ਼ਿੰਦਗੀ ਤੇਰੀ ਇੱਜ਼ਤ ਕਰਨ? ਤੇ ਕਹਿੰਦੀ ਹਾਂ। ਕਹਿੰਦਾ ਚੱਲ ਭਲੀਏ ਲੋਕੇ, ਮੈਂ ਸਾਰੀ ਜ਼ਿੰਦਗੀ ਤੇਰਾ ਭਲਾ ਕੀਤਾ ਨਹੀਂ, ਮੈਂ ਜਾਂਦੇ ਜਾਂਦੇ ਤੇਰਾ ਇੱਕ ਭਲਾ ਕਰ ਦਿੰਦਾ। ਇਹ ਗੁਥੜੀ ਫੜ ਲੈ ਤੇ ਆਪਣੇ ਆਖਰੀ ਸਾਹਾਂ ਤੱਕ ਇਹਦੀ ਤਾਂ ਹਿਫਾਜ਼ਤ ਕਰਨੀ ਹੈ, ਤੂੰ ਆਪ ਵੀ ਨਹੀਂ ਖੋਲ ਕੇ ਦੇਖਣੀ ਕਿ ਇਹਦੇ ਵਿੱਚ ਕੀ ਹੈ। ਅੱਛਾ ਉਹ ਬੜੀ ਪਰੇਸ਼ਾਨ ਹੋਈ ਕਿ ਕੀ ਹੈ ਇਹਦੇ ਵਿੱਚ ਨਾ ਐਸਾ, ਲੇਕਿਨ ਕਿਹਾ ਕਿ ਜੇ ਤੂੰ ਇੱਜ਼ਤ ਕਰਵਾਉਣੀ ਹੈ ਤੇ ਇਹਨੂੰ ਆਪ ਵੀ ਨਹੀਂ ਵੇਖਣਾ ਤੇ ਨਾ ਕਿਸੇ ਨੂੰ ਇਹਨੂੰ ਹੱਥ ਲਾਉਣ ਦੇਣਾ। ਖੈਰ ਉਹ ਬਾਬਾ ਜੀ ਮਰ ਗਏ। ਹੁਣ ਉਹ ਮਾਈ ਵਿਚਾਰੀ ਜਿਹੜੀ ਸੀ ਉਹ ਗੁਥਲੀ ਲੈ ਕੇ ਬਹਿ ਗਈ। ਹੁਣ ਉਹ ਬਾਥਰੂਮ ਜਾਵੇ ਗੁਥਲੀ ਲੈ ਕੇ ਜਾਵੇ, ਬਾਹਰ ਜਾਵੇ ਗੁਥਲੀ ਲੈ ਕੇ ਜਾਵੇ, ਸੌਵੇ ਇੱਕ ਤਰ੍ਹਾਂ ਸਰਾਣੇ ਦੇ ਥੱਲੇ ਗੁਥਲੀ। ਉਹਦੀਆਂ ਬਹੂਆਂ ਬੜੀਆਂ ਹੈਰਾਨ ਕਿ ਇਸ ਗੁਥਲੀ ਦੇ ਵਿੱਚ ਆਖਿਰ ਐਸਾ ਕੀ ਹੈ। ਅੱਗੇ ਪਿੱਛੇ ਪਾਣੀ ਵੀ ਪੁੱਛ ਰਹੇ, ਦੇਸੀ ਘਿਓ ਦੀ ਮਾਲਸ਼ਾਂ ਵੀ ਚੱਲ ਰਹੀਆਂ, ਰੋਟੀ ਪਾਣੀ ਵੀ ਚੱਲ ਰਿਹਾ, ਸਭ ਕੁਝ ਚੱਲ ਰਿਹਾ। ਖੈਰ ਕਰਾ ਕੇ ਉਸ ਔਰਤ ਦਾ ਨਾ ਕੋਈ ਆਖਰੀ ਟਾਈਮ ਆ ਗਿਆ। ਆਖਰੀ ਟਾਈਮ ਆਇਆ, ਉਹ ਬੰਦੀ ਮਰ ਗਈ। ਹੁਣ ਉਹ ਏਡੀਆਂ ਲਾਲਚੀ ਸੀ ਬਹੂਆਂ, ਉਹਨਾਂ ਨੇ ਕੀ ਕੀਤਾ ਕਿ ਉਹ ਮੁਰਦਾ ਤੇ ਵਿਚਾਰਾ ਸਾਈਡ ਤੇ ਪਿਆ, ਉਹ ਉਸ ਗੁਥਲੀ ਦੇ ਪਿੱਛੇ ਭੱਜੀਆਂ ਕਿ ਇਹਦੇ ਵਿੱਚ ਵੇਖੀਏ ਕੀ ਹੈ। ਉਹ ਜਦੋਂ ਖੋਲ੍ਹਿਆ ਤੇ ਉਹਦੇ ਵਿੱਚ ਸਿਰਫ ਡਿਕਰੀਆਂ ਹੈਗੀਆਂ ਸੀ। ਲੇਕਿਨ ਦੇਖੋ ਗਾਇਬਾਨਾ ਪੈਸੇ ਨੇ ਉਸ ਬੰਦੀ ਦੀ ਸਾਰੀ ਜ਼ਿੰਦਗੀ ਵਾਸਤੇ ਇੱਜ਼ਤ ਬਣਾ ਦਿੱਤੀ। ਦੇਖੋ ਪੈਸਾ ਕਿਸੇ ਕੋਲ ਕਿਤਨਾ ਹੈ ਕੋਈ ਪਤਾ ਨਹੀਂ, ਉਹਦਾ ਰਹਿਣਾ ਚੱਲਣਾ ਫਿਰਨਾ, ਉਹਦੇ ਕੱਪੜੇ, ਉਹਦੀ ਸਟਾਈਲ, ਉਹਦੀ ਗੱਲ ਕਰਨ ਦਾ ਅੰਦਾਜ਼ ਹੀ ਪਤਾ ਚੱਲਦਾ ਹੈ ਕਿ ਯਾਰ ਇਹ ਠੀਕ ਬੰਦਾ ਹੈ। ਇਹ ਬੜਾ ਜ਼ਰੂਰੀ ਹੈ ਕਿ ਖਾਲੀ ਪੈਸਾ ਹੀ ਤੁਹਾਡੇ ਕੋਲ ਹੈ, ਨਾ ਤੁਹਾਨੂੰ ਪਾਣੀ ਤਮੀਜ਼ ਹੈ, ਨਾ ਤੁਹਾਨੂੰ ਗੱਲ ਕਰਨ ਦੀ ਤਮੀਜ਼ ਹੈ, ਨਾ ਤੁਸੀਂ ਕਿਸੇ ਬੰਦੇ ਨੂੰ ਵੇਖ ਕੇ ਇੱਕਦਮ ਉਹਦੇ ਤੇ ਤੰਜ਼ ਕਰਨਾ ਸ਼ੁਰੂ ਕਰ ਦਿਓ, ਇਹ ਕੀ ਚੀਜ਼ ਹੈ, ਇਹ ਕੀ ਹੈ, ਇਹ ਤਾਂ ਗਰੀਬ ਆਦਮੀ, ਇਹ ਨਹੀਂ ਹੋ ਸਕਦਾ। ਉਹਦੀ ਤਰਬੀਅਤ ਪਤਾ ਚੱਲਦੀ ਹੈ। ਬਿਲਕੁਲ। ਅੱਛਾ ਤੁਹਾਨੂੰ ਕੀ ਲੱਗਦਾ ਕਿ ਕੋਕ ਸਟੂਡੀਓ ਦੇ ਵਿੱਚ ਜਿਹੜੇ ਵੀ ਆ ਕੇ ਸਿੰਗਰ ਬਹੁਤ ਹਿੱਟ ਹੋ ਜਾਂਦੇ ਨੇ, ਬਹੁਤ ਅੱਛਾ ਮਿਊਜ਼ਿਕ ਹੁੰਦਾ ਹੈ, ਮੈਨੂੰ ਇਹ ਦੱਸੋ ਕਿ ਕੋਕ ਸਟੂਡੀਓ 'ਚ ਤਾਲੁਕਾਤ ਵਾਲੇ ਸਿੰਗਰ ਕਾਮਯਾਬ ਨੇ ਜਾਂ ਹਲਕੇ ਬੰਦਿਆਂ ਨੂੰ ਵੀ ਪ੍ਰਮੋਟ ਕੀਤਾ ਗਿਆ? ਹਲਕੇ ਬੰਦਾ ਤੇ ਕਦੀ ਨਹੀਂ ਉੱਥੇ ਜਾ ਸਕਦਾ। ਅੱਛਾ ਸਿਰਫ ਤਾਲੁਕਾਤ ਚੱਲਦੇ ਨੇ? ਤਾਲੁਕਾਤ ਚੱਲਣਗੇ
ਔਰ ਉਸ ਤੋਂ ਬਾਅਦ ਤੁਸੀਂ ਦੱਸੋ ਕੋਕ ਸਟੂਡੀਓ ਦਾ ਕੋਈ ਗਾਣਾ ਮੈਨੂੰ ਹਿੱਟ ਤੁਸੀਂ ਸੁਣਾ ਦਿਓ ਜ਼ਰਾ। ਪਸੂੜੀ। ਉਸ ਤੋਂ ਬਾਅਦ ਕਾਫੀ ਗਾਣੇ ਨੇ, ਮਤਲਬ ਅੰਦਾਜ਼ਨ ਕਿੰਨੇ? ਕੁਝ ਕਵਰਸ ਵੀ ਨੇ। ਅੰਦਾਜ਼ਨ ਕਿੰਨੇ ਹੋਣਗੇ? 10-15 ਹੋਣਗੇ? ਹਾਂ ਨਹੀਂ, ਕਾਫੀ ਜ਼ਿਆਦਾ ਆਈ ਥਿੰਕ। ਅੱਛਾ 50 ਹੋਣਗੇ। ਹਾਂ ਚਲੋ। ਤੇ 15 ਸਾਲਾਂ 'ਚ 50 ਗਾਣੇ, ਅੱਛਾ ਮਤਲਬ ਇੰਨਾ ਵੱਡਾ ਬ੍ਰਾਂਡ ਹੈ। ਫਾਰਮੈਟ ਵੀ ਬਹੁਤ ਵੱਡਾ ਹੈ। ਬਹੁਤ ਖਰਚਾ ਹੁੰਦਾ ਹੈ। ਜਿਹੜੀਆਂ ਸਿੰਗਰਾਂ ਆਈਆਂ ਨੇ ਉਹਨਾਂ ਦੇ ਪ੍ਰਾਈਵੇਟ ਐਲਬਮ ਦੇ ਗਾਣੇ ਸੁਣ ਲਓ ਤੁਸੀਂ। ਅੱਛਾ। ਕੁਝ ਵੀ ਨਹੀਂ। ਤੁਸੀਂ ਉਹਦੀ ਕਿਸੇ ਪੁੱਛ ਰਹੇ ਸੋ ਸਿੰਗਰਾਂ ਦੇ, ਨਤਾਸ਼ਾ ਬੇਗ ਦਾ ਵੀ ਤੁਸੀਂ ਪੁੱਛ ਰਹੇ ਸੋ, ਉਹਦਾ ਕੋਈ ਅੱਛਾ ਗਾਣਾ ਸੁਣਾ ਦਿਓ ਤੁਸੀਂ ਖੁਦ ਵੀ ਮਾਸ਼ਾਅੱਲਾ ਇੱਕ ਆਰਟਿਸਟ ਹੋ, ਤੁਹਾਨੂੰ ਵਾਈਬ ਕੋਈ ਆ ਰਹੀ ਹੈ, ਯਾਦ ਆ ਰਿਹਾ? ਨਹੀਂ ਵੈਸੇ ਫਿਲਹਾਲ ਨਹੀਂ ਆ ਰਿਹਾ। ਮਾਸ਼ਾਅੱਲਾ। ਤੇ ਪੁੱਛ ਲਓ ਉਹਨਾਂ ਦੇ, ਤੁਸੀਂ ਗੱਲਾਂ ਸੁਣ ਲਓ ਲੋਕਾਂ ਦੀਆਂ, ਜਿਸ ਟਾਈਮ ਪੈਸੇ ਮੰਗ ਰਹੀ ਹੋਣੀਆਂ, ਇੰਨੇ ਪੈਸੇ ਦੇ ਦਿਓ, ਇੰਨੇ ਪੈਸੇ, ਤੇ ਗਾਣਾ ਕੱਖ ਵੀ। ਤੇ ਉੱਥੇ ਜਾ ਕੇ ਫਿਰ ਮਾਹੀਆਰ ਦੀ ਗੜੋਲੀ ਗਾ ਰਹੇ ਹੁੰਦੇ ਨੇ ਸਾਰੇ। ਹਾਂ ਪੁਰਾਣਾ ਸਾਰਾ। ਮੈਂ ਗੱਲ ਕਰ ਰਿਹਾ ਫਿਰ ਤੁਹਾਡਾ ਦੇਖੋ, ਮੇਰਾ ਇਹ ਮੰਨਣਾ ਹੈ ਕਿ ਠੀਕ ਹੈ ਤੁਸੀਂ ਕਿੱਥੇ ਵੀ ਜਾਂਦੇ ਹੋ, ਤੁਹਾਡੀ ਆਪਣੀ ਪਛਾਣ ਵੀ ਤਾਂ ਹੋਣੀ ਚਾਹੀਦੀ। ਯਾਰ ਇਹ ਗਾਣਾ ਇਸ ਮੁੰਡੇ ਦਾ, ਯਾਰ ਇਹ ਗਾਣਾ ਇਸ ਬੰਦੀ ਦਾ, ਯਾਰ ਇਹ ਗਾਣਾ ਇਸ ਦਾ। ਕਮ ਸੇ ਕਮ 1-2 ਗਾਣੇ ਤੇ ਹੋਣੇ ਚਾਹੀਦੇ ਨਾ, ਔਰ ਅੱਛੇ। ਕੁਝ ਸਿੰਗਰਸ ਦੇ ਕਮਾਲ ਹੀ ਸੀ ਨਾ। ਕੀ ਬਾਤ ਹੈ। ਹਾਂ ਉਹ ਤੇ ਪਹਿਲੇ ਦੇ ਹਿੱਟ ਸਨ ਨਾ, ਕੋਕ ਸਟੂਡੀਓ ਨੇ ਹਿੱਟ ਕੀਤਾ ਉਹਨਾਂ ਨੂੰ। ਸ਼ਾਜ਼ੀਆ ਮੰਜ਼ੂਰ ਜੀ ਆਏ ਨੇ, ਉਹ ਪਹਿਲੇ ਦੇ ਹਿੱਟ ਸਨ। ਅਲੀ ਜ਼ਫਰ ਆਇਆ, ਉਹ ਪਹਿਲੇ ਦਾ ਹਿੱਟ ਸੀ। ਅੱਛਾ ਆਇਮਾ ਬੇਗ ਸਿਰਫ ਕੋਕ ਸਟੂਡੀਓ ਤੋਂ ਹਿੱਟ ਹੋਈ। ਠੀਕ ਹੈ। ਤੇ ਲੇਕਿਨ ਪ੍ਰਾਈਵੇਟ ਗਾਣੇ ਕਿੱਥੇ ਨੇ ਉਹਦੇ? ਉਹ ਜਦੋਂ ਕੋਕ ਸਟੂਡੀਓ ਤੇ ਜਾਏਗੀ ਅੱਛਾ ਗਾਏਗੀ ਡੈਫੀਨੇਟਲੀ। ਇੱਕ ਇੰਨੀ ਉਹਨਾਂ ਦੀ ਅੱਛੀ ਮਤਲਬ ਹੈ ਕਿ ਅਰੇਂਜਮੈਂਟ ਹੈ। ਉਸ ਤੋਂ ਬਾਅਦ ਉਹਨਾਂ ਦਾ ਗਾਣਾ ਇੰਨੀ ਜਗ੍ਹਾ ਤੇ ਪ੍ਰੋਸੈਸ ਹੋ ਕੇ ਆਉਂਦਾ ਹੈ। ਉਹ ਆਵਾਜ਼ ਹੈ, ਦੇਖੋ ਅਸੀਂ ਸਟੂਡੀਓ ਦਾ ਕੰਮ ਕਰਨਾ ਹੈ, ਇੰਨਾ ਅੱਛਾ ਮਿਕਸ ਮਾਸਟਰ ਹੁੰਦਾ ਹੈ, ਇੰਨਾ ਅੱਛਾ ਉਹਦੀ ਮਿਕਸਿੰਗ ਹੁੰਦੀ ਹੈ, ਉਹਦੀ ਮਾਸਟਰਿੰਗ ਹੁੰਦੀ ਹੈ, ਤੇ ਫਿਰ ਤੁਸੀਂ ਸੁਣਦੇ ਹੋ ਤੁਹਾਨੂੰ ਅੱਛਾ ਹੀ ਲੱਗੇਗਾ ਨਾ। ਯੈਸ। ਅੱਛਾ ਹੁਣ ਤੁਸੀਂ ਆਇਮਾ ਬੇਗ ਦਾ ਨਾਮ ਲਿਆ, ਮੈਂ ਸੋਚਿਆ ਮੁੰਡਿਆਂ ਸਿੰਗਰਸ ਦਾ ਤੁਹਾਡੇ ਤੋਂ ਪੁੱਛ ਲਿਆ, ਕੁੜੀਆਂ ਦਾ ਵੀ ਥੋੜਾ ਬਹੁਤ ਪੁੱਛ ਲੈਂਦੇ। ਕੁੜੀਆਂ ਦਾ ਤਾਂ ਅਸੀਂ ਜ਼ਿਆਦਾ ਦੱਸਾਂਗੇ। ਅੱਛਾ ਜੀ ਚਲੋ। ਆਇਮਾ ਬੇਗ ਅੱਛੀ ਆਰਟਿਸਟ ਹੈ। 10 ਚੋਂ ਕਿੰਨੇ ਨੰਬਰ ਦੋਗੇ? 8 ਨੰਬਰ। ਓਕੇ 2 ਨੰਬਰ ਕਿਉਂ ਕੱਟਦੇ ਹੋ? ਐਸੇ ਵੈਸੇ ਕੱਟਣੇ ਆ ਕਿ ਉਹ 2 ਨੰਬਰ ਉਹੀ 2 ਨੰਬਰ ਨੇ ਜਿਹੜੇ ਕੱਟਣੇ ਚਾਹੀਦੇ ਨੇ। ਅੱਛੀ ਆਰਟਿਸਟ ਹੈ, ਆਰਟਿਸਟ ਅੱਛੀ ਹੈ, ਲੇਕਿਨ ਪ੍ਰਾਈਵੇਟ ਐਲਬਮ ਦੇ ਗਾਣੇ ਉਹਨੇ ਕਿੰਨੇ ਕੋਲੈਬੋਰੇਸ਼ਨਸ ਵੀ ਕੀਤੀਆਂ ਨੇ। ਠੀਕ ਹੈ। ਮੇਰੇ ਉਸਤਾਦ ਜੀ ਬੱਗਾ ਜੀ ਨਾਲ ਵੀ ਉਹਨੇ ਕੋਲੈਬੋਰੇਸ਼ਨਸ ਬਾਅਦ ਵਿੱਚ ਕੀਤੀਆਂ ਨੇ, ਕਿੰਨੇ ਗਾਣੇ ਹਿੱਟ ਹੋਏ। ਓਕੇ। ਸਾਰਾ ਅਲਤਾਫ ਆਣੇ ਵਾਲੇ ਦਿਨਾਂ ਦੀ ਬੜੀ ਅੱਛੀ ਆਰਟਿਸਟ ਹੈ। ਅੱਛਾ। ਉਹਨੇ ਬੜੇ ਅੱਛੇ ਹੁਣ ਪਿੱਛੇ ਉਹਦੀ ਪਰਸਨੈਲਿਟੀ ਵੀ ਅੱਛੀ ਆਣੀ ਈਦ ਦੇ ਕਰੀਬ ਕੁਝ ਗਾਣੇ ਆਏ ਸੀ, ਵੀਡੀਓਜ਼ ਆਏ ਸੀ। ਉਹਨੇ ਆਪਣੇ ਆਪ ਨੂੰ ਆਕਾਸ਼ਾ ਜੀ ਬੜਾ ਗਰੂਵ ਕੀਤਾ ਉਹਨੇ। ਅੱਛੀ ਗੱਲ ਹੈ ਕਿ ਆਰਟਿਸਟ ਨੂੰ ਆਪਣੇ ਆਪ ਨੂੰ ਗਰੂਵ ਵੀ ਕਰਨਾ ਚਾਹੀਦਾ। ਹਮਾਰਾ ਅਰਸ਼ਦ ਹੁਣ ਉਹ ਪੁਰਾਣੇ ਹੋ ਗਏ ਨੇ, ਉਹਨਾਂ ਨੂੰ ਚਾਹੀਦਾ ਹੈ। ਹਮਾਰਾ ਅਰਸ਼ਦ ਦੇ ਵਾਸਤੇ ਮੈਂ ਜ਼ਰੂਰ ਕਹਾਂਗਾ ਕਿ ਪਿਛਲੇ ਦਿਨਾਂ ਜਿੰਨੇ ਉਹਨਾਂ ਦੇ ਗਾਣੇ ਆਏ ਨੇ ਉਹ ਉਹਨਾਂ ਦੀ ਪਰਸਨੈਲਿਟੀ ਨੂੰ ਬਿਲਕੁਲ ਸੂਟ ਨਹੀਂ ਕਰਦੇ। ਸਹੀ। ਉਹਨਾਂ ਨੂੰ ਬਹੁਤ ਅੱਛਾ ਗਾਣਾ ਕਰਨਾ ਚਾਹੀਦਾ। ਓਕੇ। ਉਹ ਪਤਾ ਨਹੀਂ ਉਹਨੂੰ ਕੀ ਹੋ ਗਿਆ, ਉਹਨਾਂ ਨੂੰ ਬਹੁਤ ਅੱਛੀ ਆਰਟਿਸਟ ਸੀ ਜਿਨੇ ਗਾਣੇ ਪ੍ਰਾਈਵੇਟ ਉਹਨਾਂ ਦੇ ਹਿੱਟ ਹੋਏ ਨੇ। ਮੇਰੇ ਖਿਆਲ ਪ੍ਰਾਈਵੇਟ ਐਲਬਮ ਦੇ ਵਿੱਚ ਕਿਸੇ ਦੇ ਹਿੱਟ ਨਹੀਂ ਹੋਏ। ਸਹੀ। ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਅੱਛਾ ਕੰਮ। ਤੁਹਾਨੂੰ ਕੀ ਲੱਗਦਾ ਵਜ੍ਹਾ ਕੀ ਹੈ ਉਹਨਾਂ ਦੇ ਸਾਰੇ, ਯਾਨੀ ਕਿ ਗਾਣੇ ਸਾਰੇ ਫਲॉप ਸੀ? ਫਲॉप। ਹੁਣ ਉਹਨਾਂ ਨੇ ਗਾਣੇ ਕੀਤੇ ਨੇ ਉਹ ਤੇ ਨਹੀਂ ਸੁਣ ਸਕਦੇ ਤੁਸੀਂ। ਤੇ ਉਹਦੀ ਵਜ੍ਹਾ ਕੀ ਹੈ? ਪ੍ਰੋਡਕਸ਼ਨ ਪੈਸਾ ਨਹੀਂ ਲਗਾ ਰਹੇ ਉਸਤੇ। ਅੱਛਾ ਅੱਛਾ। 2 ਲੜਕੇ ਇੱਥੇ ਖੜੇ ਕੀਤੇ, 2 ਇੱਥੇ ਖੜੇ ਕੀਤੇ। ਗਾਣੇ ਦੀ ਜਿਹੜੀ ਆਡੀਓ ਵੀਡੀਓ ਉਹ ਐਨੀ ਮਾਠੀ ਹੋ ਗਈ ਹੈ ਕਿ ਉਹਨਾਂ ਨੂੰ ਸੂਟ ਹੀ ਨਹੀਂ ਕਰਦੀ। ਉਹ ਮੇਰੀ ਤੇ ਬਹੁਤ ਅੱਛੀ ਦੋਸਤ ਨੇ, ਮੈਂ ਉਹਨਾਂ ਨੂੰ ਇਹ ਜ਼ਰੂਰ ਕਹਾਂਗਾ ਕਿ ਆਪਣੀ ਪ੍ਰੋਡਕਸ਼ਨ ਤੇ ਕੰਮ ਕਰੋ। ਸਹੀ। ਔਰ ਗਾਣਾ ਇੱਕ ਭਾਵੇਂ ਸਾਲ ਦੇ ਵਿੱਚ ਇੱਕ ਕੱਢ ਲਓ ਲੇਕਿਨ ਮਜ਼ਾ ਆ ਜਾਏ। ਲੇਕਿਨ ਆਰਟਿਸਟ ਬਹੁਤ ਅੱਛੀ ਹੈ। ਸਹੀ। ਅੱਛਾ ਜੀ। ਸ਼ਾਇ ਗਿੱਲ ਪਸੂੜੀ ਵਾਲੇ ਸਿੰਗਰ, ਉਹ ਮੈਨੂੰ ਪਸੂੜੀ ਮੈਂ ਉਹਦੇ ਗਾਣੇ ਨਹੀਂ ਸੁਣੇ। ਅੱਛਾ। ਪਸੂੜੀ ਹੀ ਉਹਨਾਂ ਦਾ ਜ਼ਿਆਦਾ ਵਾਇਰਲ ਹੈ। ਲੇਕਿਨ ਉਹ ਗਾਣਾ ਨਾਮ ਜਿਹੜਾ ਉਹ ਅਲੀ ਸੇਠੀ ਨੂੰ ਉਹਦੇ ਨਾਂ ਹੈ। ਓਕੇ ਠੀਕ ਹੈ। ਗਾਣਾ ਉਹਦੇ ਨਾਂ ਨਹੀਂ ਹੈ। ਠੀਕ ਹੈ ਜੀ। ਸ਼ਾਜ਼ੀਆ ਮੰਜ਼ੂਰ ਸਾਹਿਬਾ। ਕੀ ਬਾਤ ਹੈ। ਓਕੇ। ਉਹਨੂੰ ਕਹਿੰਦੇ ਨੇ ਪੈਦਾ ਨਾ ਸ਼ੁੱਧ, ਆਲਵੇਜ਼ ਬਿਊਟੀਫੁਲ ਆਵਾਜ਼ ਦੇ ਨਾਲ। ਹੁਣ ਵੀ ਮਾਸ਼ਾਅੱਲਾ ਹੁਣ ਵੀ she performs। मैं कहता हूँ क्या बात है। सही। जब वो आती है ना, जब वो आती है ना माशाल्लाह उर्दू बोल आती है तो पता चलेगा रौनक लग जाती है ना। और नाल माशाल्लाह सख्त भी बहुत ने वो तफाहम का भी आराम ਨਾਲ ਮਾਰਦੇ ਨੇ। ਨਿਮਰਾ ਮਹਿਰਾ ਮੇਰੇ ਵਾਸਤੇ ਉਹਨਾਂ ਨੇ ਬੜਾ ਅੱਛਾ ਵੀਡੀਓ ਬਾਈਟ ਕੀਤਾ ਉਹਨਾਂ ਨੇ। ਅੱਛਾ ਜੀ। ਉਹਨੇ ਕਿਹਾ ਖਾਜਾ ਸਾਹਿਬ ਮੈਂ ਤੁਹਾਡੇ ਗਾਣੇ ਸੁਣੇ ਨੇ, ਮੈਨੂੰ ਬੜੀ ਖੁਸ਼ੀ ਹੈ ਔਰ ਇਨਸ਼ਾਅੱਲਾ ਅਸੀਂ ਦੋਨੋਂ ਮਿਲ ਕੇ ਕੰਮ। ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿਸੇ ਵੀ ਵੱਡੀ ਆਰਟਿਸਟ ਦੀ, ਇੱਕ ਛੋਟੇ ਆਰਟਿਸਟ ਦੇ ਬਾਰੇ ਚ, ਇੱਕ ਨਿਊ ਕਮਰ ਦੇ ਬਾਰੇ ਚ ਇੱਕ ਵੱਡੀ ਆਰਟਿਸਟ ਇਹ ਕਹਿ ਰਹੀ ਹੈ ਕਿ ਅਸੀਂ ਮਿਲ ਕੇ ਕੰਮ ਕਰਾਂਗੇ। ਉਹਨਾਂ ਨੇ ਵੀਡੀਓ ਬਾਈਟ ਸਪੈਸ਼ਲੀ ਮੇਰੇ ਵਾਸਤੇ ਭੇਜਿਆ। ਵਾਹ ਵਾਹ ਵਾਹ, ਵੈਰੀ ਗੁੱਡ। ਨਿਮਰਾ ਮਹਿਰਾ ਅੱਛੀ ਆਰਟਿਸਟ ਹੈ ਜੀ। ਉਹਦੇ ਬਾਰੇ ਬਹੁਤ ਲੋਕ ਬੁਰੀਆਂ ਗੱਲਾਂ ਕਰਦੇ ਨੇ। ਉਹ ਕੀ ਗੱਲਾਂ ਕਰਦੇ ਨੇ? ਕਿ ਜੀ ਇਹ ਪਲੇਬੈਕ ਸਿੰਗਰ ਨਹੀਂ ਹੈ। ਅੱਛਾ। ਫਲਾਣੀ ਸਿੰਗਰ ਨਹੀਂ ਹੈ। ਉਹ ਬਈ ਪਲੇਬੈਕ ਤੁਸੀਂ ਕਿਸੇ ਨੂੰ ਗਵਾਓਗੇ ਤੇ ਪਲੇਬੈਕ ਪਤਾ ਚੱਲੇਗਾ ਨਾ। ਤੁਸੀਂ ਚੂੜੀਆਂ ਤੋਂ ਲੈ ਕੇ ਹਲੇ ਤੱਕ ਤੁਸੀਂ ਗਾ ਰਹੇ ਹੋ। ਮੈਂ ਤੁਹਾਡੇ ਨਾਲ ਪਹਿਲੇ ਦਿਨ ਗੱਲ ਕਰ ਰਿਹਾ ਹਾਂ, ਦੂਸਰੇ ਦਿਨ ਮੇਰਾ ਤੁਹਾਡੇ ਨਾਲ ਕੌਨਫੀਡੈਂਸ ਹੋਰ ਹੋਏਗਾ, ਚੌਥੇ ਦਿਨ ਹੋਰ ਹੋਏਗਾ, 1 ਸਾਲ ਬਾਅਦ ਹੋਰ ਹੋਏਗਾ। ਠੀਕ ਹੈ ਨਾ। ਹੁਣ ਇੱਕ ਬੰਦੇ ਨੂੰ ਜੈਸੇ ਮੈਂ ਇੰਡੀਆ ਦੀ ਫਿਲਮਾਂ 'ਚ ਗਾਣੇ ਗਾ ਲਏ, ਠੀਕ ਹੈ, ਤੇ ਪਾਕਿਸਤਾਨੀ ਲੋਕ ਹਨ ਜੀ ਇਹਦੀ ਆਵਾਜ਼ ਜਿਹੜੀ ਉਹ ਪਲੇਬੈਕ ਨਹੀਂ ਹੈ ਸਾਡੇ ਵਾਸਤੇ, ਕਿਸ ਤਰ੍ਹਾਂ ਹੋ ਸਕਦਾ ਹੈ? ਸਹੀ। ਉਹ ਬਹੁਤ ਅੱਛੀ ਆਰਟਿਸਟ ਹੈ। ਦੇਖੋ ਆਰਟਿਸਟ ਦਾ ਪਤਾ, ਉਹਨੂੰ ਤੁਸੀਂ ਅੱਛਾ ਕੰਮ ਦਿਓਗੇ। ਜਿਹੜੀਆਂ ਸਾਡੀਆਂ ਫਿਲਮਾਂ ਬਣ ਰਹੀਆਂ ਨੇ ਉਹਦੇ 'ਚ ਕੀ ਕਿਸੇ ਫੀਮੇਲ ਨੇ ਗਾਣਾ ਗਾਣਾ? ਨਸੀਬੋ ਜੀ ਗਾ ਰਹੇ ਨੇ। ਹਾਂਜੀ। ਕੀ ਬਾਤ ਹੈ, ਕਮਾਲ, ਕੀ ਬਾਤ ਹੈ। ਕੱਲ ਵੀ ਅਸੀਂ ਸੈਟ ਦੇ ਸਾਂ ਸੀ
ਮੁਖੋ ਦੇ ਅੱਛਾ ਜੀ, ਇੰਨਾ ਅੱਛਾ ਗਾਣਾ ਪਿਕਚਰਾਈਜ਼ ਹੋ ਰਿਹਾ ਸੀ। ਮੁਖੋ ਫਿਲਮ कैसी शूट हो रही है? तो बहुत लगता है अच्छी हो हिट रही है। जाएगी, ਹੈ हिट जाएगी। ਹਿੱਟ ਜਾਵੇ ਨਾ ਜਾਵੇ ਲੇਕਿਨ ਫਿਲਮ ਅੱਛੀ ਹੈ, ठीक है, ਲੋਕ ਦੇਖਣ ਵੀ ਆਣਗੇ। ठीक है। जिशान रुखड़ी ने ਜਿਹੜਾ ਕਿਹਾ ਕਿ ਮੈਂ ਉਸ ਫਿਲਮ ਤੋਂ ਇਨਕਾਰ ਕਰਤਾ ਕਿਉਂਕਿ ਬਜਟ ਮੇਰੇ ਮਿਆਰ ਦਾ ਨਹੀਂ ਉਹ ਸੀ। ਝੂਠ ਬੋਲ ਰਹੇ ਅੱਛਾ, ਨਹੀਂ ਨਹੀਂ ਤੇ ਉਹ ਕਹਿ ਰਹੇ ਸੀ ਕਿ ਮੈਂ ਆਈ ਥਿੰਕ ਅਗਰ ਉਹ ਇੰਨਾ ਹੀ ਅੱਛਾ ਹੈ ਨਾ ਉਹਨਾਂ ਨੂੰ ਤਾਂ ਅੱਲਾ ਨੇ ਬੜੇ ਪੈਸੇ ਦੇਣੇ ਕਿ ਆਪਣੀ ਫਿਲਮ ਬਣਾ ਕੇ ਦਿਖਾਵੇ ਜ਼ਰਾ। ਦੇਖੀ ਫਿਲਮਾਂ ਦੇ ਵਿੱਚ ਹੋਰ ਕੰਮ ਹੁੰਦਾ, ਉਹਦੇ ਵਿੱਚ ਮੁੱਕਾ ਵੀ ਪੈਣਾ ਹੈ, ਖੂਨ ਵੀ ਨਿਕਲਣਾ ਹੈ, ਕੱਪੜੇ ਵੀ ਫਟਣੇ ਨੇ, ਠੀਕ ਹੈ ਨਾ। ਤੇ ਤੁਸੀਂ ਤਾਂ ਇੱਕ ਸਿੰਗਰ ਹੋ, ਇੱਕ ਆਰਟਿਸਟ ਹੋਰ ਚੀਜ਼ ਹੁੰਦੀ ਹੈ, ਸਿੰਗਰ ਹੋਰ ਚੀਜ਼ ਹੁੰਦਾ ਹੈ। ਤੇ ਜ਼ਿਸ਼ਾਨ ਰੁਖੜੀ ਨੇ ਕਿਹਾ ਕਿ ਨਹੀਂ ਪੈਸੇ ਘੱਟ ਸੀ, ਮੈਂ ਇਨਕਾਰ ਕਰ ਦਿੱਤਾ। ਕਹਿੰਦਾ ਤੁਹਾਨੂੰ ਮੈਂ ਕੀ ਲੱਗ ਕਰੋੜ ਮੰਗਿਆ ਹੈ। ਜੀ 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 ਜੀ। ਕਰੋੜ ਦਾ ਤੇ ਕਰੋੜ ਦੇ ਅੱਜ ਕੱਲ ਜਿਹੜਾ ਉਹ ਫਵਾਦ ਨਹੀਂ ਮੰਗਦਾ, ਤੁਸੀਂ ਕੋਈ ਫਵਾਦ ਤੋਂ ਵੱਡੇ ਆਰਟਿਸਟ ਹੋ, ਇਸ ਤਰ੍ਹਾਂ ਇਹ ਗਲਤ ਗੱਲ ਹੈ। ਤੁਹਾਨੂੰ ਕੀ ਲੱਗਦਾ ਫਿਰ ਕੀ ਗੱਲ ਹੋਏਗੀ ਅਸਲ 'ਚ? ਕੋਈ ਗੱਲ ਨਹੀਂ, ਉਹ ਅਨਫਿਟ ਬੰਦਾ ਸੀ, ਓਕੇ, ਫਿਲਮ ਦੇ ਵਿੱਚ ਫਿੱਟ ਹੀ ਨਹੀਂ ਹੋ ਯਾਨੀ ਸਕਦਾ। ਫਿਲਮ ਵਾਲਿਆਂ ਨੇ ਨਹੀਂ ਰੱਖਿਆ। ਨਹੀਂ ਸਰ, ਉਹ ਫਿੱਟ ਹੋ ਹੀ ਨਹੀਂ ਸਕਦਾ। ਹੁਣ ਭਾਵੇਂ ਜਿੰਨੇ ਮਰਜ਼ੀ ਬਹਾਨੇ ਲਾ ਲੈਣਾ ਜੀ, ਮੈਂ ਉਹਨੂੰ ਕਰੋੜ ਕਹਿਤਾ, ਹੁਣ ਮੈਂ ਤੁਹਾਡੀ ਗੱਲ ਹੋ ਰਹੀ ਹੈ, ਮੈਂ ਬਾਹਰ ਜਾ ਕੇ ਕਹਾਂ ਜੀ ਮੈਂ ਕਾਸ਼ਾ ਨੂੰ ਇਹ ਕਹਿਤਾ ਸੀ, ਇਹ ਕਹਿੰਦੀ, ਇਹ ਨਹੀਂ ਹੋ ਸਕਦਾ। ਜਾਂ ਤੇ ਉਹਨਾਂ ਦੇ ਸਾਹਮਣੇ ਕੋਈ ਰਿਕਾਰਡਡ ਤੇਰੀ ਗੱਲ ਹੁੰਦੀ ਤੇ ਫਿਰ ਅਸੀਂ ਮੰਨਦੇ। ਮੈਂ ਕੱਲ ਉਹਨਾਂ ਨਾਲ ਬੈਠਾ ਰਿਹਾ ਜੀ, ਸੰਗੀਤਾ ਆਪਾ ਦੇ ਨਾਲ ਬੈਠਾ ਰਿਹਾ, ਮੈਂ ਸਹਿਮਾ ਜੀ ਦੇ ਨਾਲ, ਇਨਸ਼ਾਅੱਲਾ ਆਉਣ ਵਾਲੇ ਦਿਨ ਮੇਰਾ ਸਹਿਮਾ ਜੀ ਦੇ ਨਾਲ ਵੀ ਤੁਸੀਂ ਗਾਣਾ ਵੇਖੋਗੇ। ਓਕੇ, ਉਹਨਾਂ ਨਾਲ ਕੱਲ ਗੱਲ ਹੋਈ ਹੈ ਬੜੀ। ਦੇਖੋ ਮੈਂ ਐਜ਼ ਏ ਆਰਟਿਸਟ ਉਹਨਾਂ ਨੂੰ ਰਿਕੁਐਸਟ ਕੀਤੀ ਹੈ, ਉਹਨਾਂ ਨੇ ਮੇਰੀ ਰਿਕੁਐਸਟ ਮੰਨੀ, ਉਹਨਾਂ ਨੇ ਮੇਰਾ ਕੰਮ ਵੇਖਿਆ, ਉਹਨਾਂ ਨੇ ਕਹਾ ਖਾਜਾ ਸਾਹਿਬ आपके साथ काम करेंगे। मैंने कहा जी बस ठीक है। ਹੁਣ ਅਗਰ ਮੈਂ ਸਹਿਮਾ ਜੀ ਨੂੰ ਲੈਣਾ ਤਾਂ ਸਹਿਮਾ ਜੀ ਕਿਹੜਾ ਕੋਈ ਸਸਤੇ ਆਰਟਿਸਟ ਨੇ, ਤੇ ਜ਼ਿਸ਼ਾਨ ਰੁਖੜੀ ਸਾਹਿਬ ਨੂੰ ਚਾਹੀਦਾ ਇਹ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਉਹ ਇੱਕ ਅੱਛੇ ਆਰਟਿਸਟ ਨੇ, ਉਹ ਆਪਣੇ ਜਿਹੜਾ ਗਾਣਾ ਗਾ ਰਹੇ ਨੇ ਵਾਜੇ ਤੇ ਬਹਿ ਕੇ ਉਹ ਹੀ ਗਾਵਣ। ਉਹਨਾਂ ਨੂੰ ਫਿਲਮ ਸਟਾਰ ਲੋਕਾਂ ਦੇ ਨਾਲ ਨਹੀਂ ਗੱਲ ਕਰਨੀ ਚਾਹੀਦੀ, ਕਿਸੇ ਤੋਂ ਡੀਗ੍ਰੇਡ ਵੀ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਜੀ ਮੁਹੰਮਦ ਰਾਣਾ ਨੂੰ 5 ਲੱਖ ਰੁਪਇਆ, ਉਹ ਮੁਹੰਮਦ ਰਾਣਾ ਹੈ ਜਿਹਨੇ ਸੁਪਰ ਹਿੱਟ ਫਿਲਮਾਂ ਦਿੱਤੀਆਂ ਨੇ, ਉਹ ਵੈਸੇ ਹੀ ਉਹਨਾਂ ਨੂੰ ਨਹੀਂ ਚਾਹੀਦਾ ਸੀ ਕਿ ਜ਼ਿਸ਼ਾਨ ਰੁਖੜੀ ਨੂੰ ਇਹ ਗੱਲ ਕਰਨੀ ਚਾਹੀਦੀ। ਮੁਹੰਮਦ ਰਾਣਾ ਦਾ ਅੱਜ ਕੱਲ ਬੜੇ ਕਲਿੱਪਸ ਵਾਇਰਲ ਹੋ ਜਾਂਦੇ ਨੇ ਅਚਾਨਕ, ਐਂਡ ਲੋਕ ਕਹਿੰਦੇ ਨੇ ਕਿ ਉਹ ਆਪਣੀ ਸੈਂਸਸ ਦੇ ਵਿੱਚ ਨਹੀਂ ਹੁੰਦੇ, ਤੇ ਇੰਜ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ? ਦੇਖੋ ਜੀ, ਪਰਸਨਲ ਲਾਈਫ ਹਰ ਆਰਟਿਸਟ ਦੀ ਆਪਣੀ ਹੁੰਦੀ ਹੈ, ਪੂਰੀ ਦੁਨੀਆ ਦੇ ਲੋਕ ਸਾਰਾ ਕੁਝ ਕਰਦੇ ਨੇ, ਲੇਕਿਨ ਔਨ ਸਕਰੀਨ ਔਰ ਕਿਸੇ ਇਵੈਂਟ ਦੇ ਵਿੱਚ ਨਹੀਂ ਕਰਨਾ ਚਾਹੀਦਾ। ਬਾਕੀ ਸਾਰੀ ਦੁਨੀਆ ਤੁਹਾਨੂੰ ਪਤਾ ਹੈ ਆਪਣੇ ਮਜ਼ਾ ਲੈਂਦੀ ਹੈ, ਲੈਣ ਤੋਂ। ਅੱਛਾ, ਇੱਕ ਹੋਰ ਗੱਲ ਵੀ ਹੈ ਕਿ ਜਿੰਨੇ ਵੀ ਹੈ ਆਈ ਥਿੰਕ ਜਾਂ ਮੋਸਟਲੀ ਸਿੰਗਰ, ਚਲੋ ਸਰਾਇਕੀ ਨਹੀਂ ਕਵਾਂਗੇ ਕਿਉਂਕਿ ਫਿਰ ਉਹ ਸਰਾਇਕੀ ਕਹਿਣਗੇ, ਸਰਾਇਕੀ ਵੀ ਸਾਡੇ ਭਰਾ ਨੇ। ਮੋਸਟਲੀ ਸਿੰਗਰਸ ਕਹਿੰਦੇ ਨੇ ਕਿ ਉਹ ਖਾਸ ਆਪਣੇ ਇੰਤਜ਼ਾਮਾਤ ਤੋਂ ਬਗੈਰ ਕੰਮ ਨਹੀਂ ਕਰ ਸਕਦੇ। ਇਹ ਗੱਲ ਹੈ, ਮੇਰੀ ਬਹੁਤ ਦਫਾ ਮੁਲਾਕਾਤ ਹੋਈ। ਇਹ ਪਿਛਲੇ ਦਿਨਾਂ 'ਚ ਮੈਂ ਬਸੰਤ ਦਾ ਗਾਣਾ ਕੀਤਾ ਹੈ ਐਵਨਿਊ ਸਟੂਡੀਓ ਦੇ ਵਿੱਚ। ਅੱਛਾ, ਤੇ ਉਹ ਉੱਤੇ ਆਏ ਤੇ ਉਹਨੇ ਕਿਹਾ ਇੰਨੇ ਲੋਕ ਉੱਤੇ ਕਿੱਥੇ ਜਾ ਰਹੇ ਨੇ? ਮੈਂ ਕਿਹਾ ਯਾਰ ਉੱਤੇ ਸ਼ੂਟਿੰਗ ਹੋ ਰਹੀ ਹੈ ਖਾਜਾ ਸਾਹਿਬ ਦੀ, ਉਹ ਉੱਤੇ ਆਏ ਨੇ, ਅਸੀਂ ਕੋਈ 250-300 ਬੰਦਾ ਸੀ ਸ਼ੂਟਿੰਗ ਤੇ। ਅੱਛਾ, ਤੇ ਉਹਨਾਂ ਨੇ ਇੰਨਾ ਕਹਿੰਦਾ ਯਾਰ ਮੇਰੀ ਜ਼ਿੰਦਗੀ ਦਾ ਪਹਿਲਾ ਗਾਣਾ ਵੀ ਇੱਥੇ ਹੀ ਹੋਇਆ ਹੈ। ਤੇ ਉਸ ਤੋਂ ਬਾਅਦ ਉਹਨਾਂ ਨੇ ਜੋ ਉਹ ਖੁਦ ਹੀ ਆ ਕੇ ਮੇਰੇ ਨਾਲ ਸ਼ੂਟਿੰਗ ਦੇ ਵਿੱਚ ਉਹਨਾਂ ਨੇ ਸ਼ੂਟਿੰਗ ਕਰਤੀ ਮੇਰੇ ਨਾਲ, ਤੇ ਮੇਰੇ ਵਾਸਤੇ ਤੇ ਉਹ ਔਰ ਬਿਲਕੁਲ ਠੀਕ ਠਾਕ ਸਨ। ਕੁਝ ਅਗਰ ਉਹਨਾਂ ਨੇ ਕੀਤਾ ਤਾਂ ਉਹਨਾਂ ਦਾ ਆਪਣਾ, ਉਹਨਾਂ ਦਾ ਹੈ, ਸਾਡਾ ਉਹਨਾਂ ਕੋਈ ਤਲਕ ਨਹੀਂ ਹੈ। ਸਹੀ। ਤੁਹਾਨੂੰ ਕੀ ਲੱਗਦਾ ਹੈ ਕਿ ਅਸਲ ਸਕਸੈਸ ਕੀ ਹੈ? ਪੈਸਾ, ਰਿਸਪੈਕਟ ਜਾਂ ਪੀਸ? ਨਹੀਂ ਜੀ ਨਹੀਂ, ਇਹਨਾਂ ਤੋਂ ਇਲਾਵਾ ਤੁਸੀਂ ਆਪਣੇ ਕੰਮ ਦੇ ਨਾਲ ਕਿੰਨੇ ਮੁਖਲਿਸ ਹੋ। ਤੁਹਾਨੂੰ ਕਦੋਂ ਪਤਾ ਚੱਲਦਾ ਹੈ ਕਿ ਮੈਂ ਹੁਣ ਕਾਮਯਾਬ ਹਾਂ? ਹਾਂ, ਕਾਮਯਾਬੀ ਦੇਖੋ ਲੋਕ ਤੇ ਤੁਹਾਨੂੰ ਕਾਮਯਾਬ ਦੇਖ ਰਹੇ ਹੁੰਦੇ ਨੇ, ਲੇਕਿਨ ਇੱਕ ਆਪਣੀ ਸੈਟੀਸਫੈਕਸ਼ਨ ਵੀ ਬੜੀ ਕਦੋਂ ਮਿਲਦੀ ਹੈ? ਉਹ ਮਿਲਦੀ ਹੈ ਜਦ ਤੁਸੀਂ ਪੂਰੇ ਜਗ੍ਹਾ ਤੇ, ਔਰ ਸਭ ਤੋਂ ਜ਼ਿਆਦਾ ਆਪਣੀ ਫੈਮਿਲੀ ਦੇ ਵਿੱਚ, ਯਾਨੀ ਜਿਹੜਾ ਫੈਮਿਲੀ ਦਾ ਨਾਲ ਕਾਮਯਾਬ ਹੈ ਉਹ ਬੰਦਾ। ਹਾਂ, ਕਿਉਂਕਿ ਕਾਮਯਾਬ ਜਿਹੜੇ ਤੁਹਾਡੇ ਪਰਸਨਲ ਦੋਸਤ ਹੁੰਦੇ ਨੇ ਉਹ ਵੀ ਤੁਹਾਨੂੰ ਕਦੀ ਵੀ ਕਾਮਯਾਬ ਹੁੰਦਾ ਨਹੀਂ ਵੇਖਦੇ। ਜਦੋਂ ਵੇਖਣਗੇ ਤੁਹਾਨੂੰ ਯਾਰ ਇਹ ਤੇ ਕੱਲ ਸਾਡੇ ਨਾਲ ਉੱਥੇ ਥੜੇ ਤੇ ਬੈਠਾ ਹੋਇਆ ਸੀ, ਅੱਜ ਇਹਨੂੰ ਅਸੀਂ ਸੁਪਰਸਟਾਰ ਕਿੰਨਾ ਮੰਨ ਲਈਏ, ਯਾਰ ਤੇ ਸਾਡਾ ਕਲਾਸ ਫੈਲੋ ਸੀ, ਅੱਜ ਯਾਰ ਸੁਪਰਸਟਾਰ ਬਣ ਗਏ, ਇਸ ਨੂੰ ਅਸੀਂ ਕਿਸ ਤਰ੍ਹਾਂ ਮੰਨ ਲਈਏ? ਤੇ ਜਿਸ ਟਾਈਮ ਉਹ ਮੰਨਣਗੇ, ਜਿਸ ਟਾਈਮ ਤੁਹਾਡੀ ਆਪਣੀ ਫੈਮਿਲੀ ਵਾਲੇ ਭੈਣਾ ਭਰਾ ਇਹ ਵੀ ਨਹੀਂ ਮੰਨਦੇ, ਯਕੀਨ ਕਰੋ ਮੇਰੇ ਤੇ ਭੈਣਾਂ ਹੀ ਬੜੀਆਂ ਸਖਤ ਹੋਣਾ ਗਏ, ਬੱਚੋ ਕੱਪੜੇ ਵਾਜੇ ਤਬਲੇ ਨਾਜ਼ਿਆ ਤੂੰ। ਸਗੀਆਂ ਭੈਣਾਂ ਮੇਰੀਆਂ 5 ਜਿਹਨੇ ਮੈਂ ਸਟਾਰਟ ਕੀਤਾ। ਅੱਛਾ, ਕਿੰਨੇ ਭੈਣ ਭਰਾ ਹੋ? ਅਸੀਂ 9 ਮਾਸ਼ਾਅੱਲਾ। ਹਾਂ, 5 ਭੈਣਾਂ 4 ਭਰਾ, ਤੇ ਮੈਂ 7ਵੇਂ ਨੰਬਰ ਤੇ ਛੋਟਾ। ਤੇ ਕਿੰਨੇ ਭੈਣ ਭਰਾਵਾਂ ਨੇ ਸਪੋਰਟ ਕੀਤੀ ਤੇ ਕਿੰਨਾ ਨੇ ਨਹੀਂ ਕੀਤੀ? ਸਪੋਰਟ ਤੇ ਕਿਸੇ ਵੀ ਨਹੀਂ ਕੀਤੀ। ਅੱਲਾ, ਹਾਂ, ਉਹ ਹੁਣ ਕਰਦੇ ਨੇ। ਹੁਣ ਕਹਿੰਦੀ ਏ ਮੇਰੀ ਬਾਜੀ ਕਹਿ ਰਹੀ ਜਿਹੜੀ ਸਭ ਤੋਂ ਮੁਖਾਲਫ ਸੀ, ਕਹਿੰਦੀ ਏ ਮੈਨੂੰ ਲੋਕ ਆਖਦੇ ਯਾਰ ਖਾਜਾ ਸਾਹਿਬ ਦਾ ਗਾਣਾ ਆਇਆ ਤੇ ਉਹਨੂੰ ਨਹੀਂ ਪਤਾ ਕਿ ਮੇਰਾ ਭਰਾ ਹੈ। ਅੱਛਾ, ਟੀਚਰ ਵੀ ਰਹੀ ਹੈ ਨਾ, ਸਕੂਲ ਟੀਚਰ। ਤੇ ਪੇਰੈਂਟਸ ਦੀ ਸਪੋਰਟ ਵਾਲਿਦ ਸਾਹਿਬ ਦੀ ਸੀ, ਕਿਉਂਕਿ ਵਾਲਿਦ ਸਾਹਿਬ ਮੇਰੇ ਰੇਡੀਓ ਪਾਕਿਸਤਾਨ 'ਚ ਹੁੰਦੇ ਸਨ। ਅੱਛਾ। ਲੇਕਿਨ ਉਹ ਮਤਲਬ ਕਸ਼ਮੀਰੀ, ਉਹਨਾਂ ਦੇ ਅਸੀਂ ਕਸ਼ਮੀਰੀ ਹਾਂ, ਤਾਂ ਕਸ਼ਮੀਰੀ ਜਿਸ ਤਰ੍ਹਾਂ ਤੁਸੀਂ ਪੋਡਕਾਸਟ ਕਰ ਰਹੇ ਹੋ ਨਾ, ਐਸੀ ਤਰ੍ਹਾਂ ਉਸ ਟਾਈਮ ਹੁੰਦਾ ਸੀ, ਇਸ ਤਰ੍ਹਾਂ ਲੋਕ ਬੈਠ ਕੇ ਗੱਲਾਂ ਕਰਦੇ ਸਨ ਰੇਡੀਓ ਤੇ। ਇਹ ਬੇਸਿਕਲੀ ਰੇਡੀਓ ਦਾ ਕਨਸੈਪਟ ਹੈ। ਹਾਂਜੀ। ਹੁਣ ਅਸੀਂ ਸ਼ਕਲ 'ਚ ਆ ਗਏ ਹਾਂ, ਵੈਸੇ ਰੇਡੀਓ ਦਾ ਕਨਸੈਪਟ। ਹੁਣ ਸ਼ਕਲਾਂ ਸ਼ਾਇਦ ਵੇਖਣ ਵਾਲੀਆਂ ਹੋ ਗਈਆਂ। ਅੱਛਾ, ਮੈਨੂੰ ਉਸ ਟਾਈਮ 9 ਬੱਚੇ ਹੁੰਦੇ ਸਨ ਤੇ ਸ਼ਕਲਾਂ ਵੀ ਵੇਖਣ ਲਈ ਕੋਈ ਨਹੀਂ। ਥੈਂਕ ਯੂ ਵੈਰੀ ਮਚ। ਅੱਛਾ ਸਾਹਿਬ, ਮੈਨੂੰ ਇਹ ਦੱਸੋ ਕਿ
ਅੰਮੀ ਅੱਬੂ ਦੇ ਵਿੱਚੋਂ ਕਿਹਦੇ ਨਾਲ ਜ਼ਿਆਦਾ ਕੁਰਬਤ ਸੀ? ਵਾਲਦਾ ਨਾਲ, ਹਾਂ, ਮੁੰਡਿਆਂ ਦੀ ਜ਼ਿਆਦਾ ਵਾਲਦਾ ਨਾਲ ਹੀ ਕਿਉਂਕਿ ਉਹਨਾਂ ਤੋਂ ਬਗੈਰ ਗੁਜ਼ਾਰਾ ਨਹੀਂ ਸੀ। ਉਹਨਾਂ ਨੂੰ ਸਵੇਰ ਚੁੰਮ ਕੇ ਜਾਣਾ, ਉਹਨਾਂ ਦੇ ਪੈਰਾਂ ਨੂੰ ਹੱਥ ਲਾ ਕੇ ਤੇ ਚੁੰਮ ਕੇ ਪੈਰ ਜਾਣਾ ਕੰਮ ਤੇ। ਵਾਹ। ਵਾਲੇ ਸਾਹਿਬ ਮੇਰੇ ਪਹਿਲੇ ਫੌਤ ਹੋ ਗਏ ਤੇ ਉਹ ਕਸ਼ਮੀਰੀ ਸਨ। ਉਹਨਾਂ ਦੇ ਵੀ ਇੱਕ ਆਰਟਿਸਟ, ਮੈਂ ਆਪਣੀ ਫੈਮਿਲੀ ਦੇ ਇਕੱਲਾ ਹੀ ਆਰਟਿਸਟ ਹਾਂ। ਅੱਛਾ, ਉਹ ਕਿਉਂਕਿ ਮੈਂ ਤੁਸੀਂ ਆਪਣੇ ਵਾਲਿਦ ਸਾਹਿਬ ਨੂੰ ਆਰਟਿਸਟ ਨਹੀਂ ਮੰਨਦੇ? ਨਹੀਂ, ਮੈਂ ਤਾਂ ਫੈਮਿਲੀ ਅੰਕਲ ਜੀ ਦੀ ਰੂਹ ਤੜਪ ਗਈ ਹੋਏਗੀ ਉੱਤੇ। ਨਹੀਂ, ਉਹ ਬੜੇ ਖੁਸ਼ ਹੋਏ ਤੇ ਲੇਕਿਨ ਮੇਰੀ ਜਿਸ ਤਰ੍ਹਾਂ ਕਾਮਯਾਬੀਆਂ ਹੋਈਆਂ ਉਹ ਨਹੀਂ ਵੇਖ ਸਕੇ, ਫੌਤ ਹੋ ਗਏ। ਅੰਮੀ ਨੇ ਮੇਰੀ ਕਿਹਾ ਪੁੱਤਰ ਤੂੰ ਮੇਰੇ ਮਰਨ ਤੋਂ ਬਾਅਦ ਹੀ ਕਰਨਾ ਹੈ ਪ੍ਰੋਪਰ ਮਿਊਜ਼ਿਕ। ਅੱਛਾ। ਤੇ ਉਹਨਾਂ ਦੇ ਮਰਨ ਤੋਂ ਬਾਅਦ ਹੀ ਫਿਰ ਉਹਨਾਂ ਦੇ ਅੰਮੀ ਦੇ ਮਰਨ ਤੋਂ ਬਾਅਦ ਜਿਹੜੀ ਮੇਰੀ ਦੂਸਰੀ ਅੰਮੀ ਵੀ ਸਮਝ ਲਓ ਬੇਗਮ ਵੀ ਅੰਮੀ ਦੇ ਬਰਾਬਰ ਹੀ ਹੈ। ਉਹਨਾਂ ਨੂੰ ਬੜੀ ਰਿਕੁਐਸਟ ਹੱਥ ਜੋੜ ਕੇ ਮੈਨੂੰ ਕਰ ਲੈਣ ਦੇ ਤੇ ਫਿਰ ਉਹਨੇ ਮੁਕੰਮਲ ਇਜਾਜ਼ਤ ਦਿੱਤੀ। ਜ਼ਿਆਦਾ ਭਾਬੀ ਕਿਸ ਚੀਜ਼ ਤੋਂ ਡਰਦੇ ਕਿ ਕਿਉਂ ਨਹੀਂ ਜਾਣਾ ਇਸ ਤਰਫ? ਨਹੀਂ ਹੁਣ ਤੇ ਜਾਂ ਸ਼ੁਰੂ ਚ ਕੀ ਖੌਫ ਸੀ? ਇਹ ਖੌਫ ਸੀ ਨਾ ਕਿ ਯਾਰ ਕਿਤੇ ਨੱਸ ਨਾ ਜਾਵੇ, ਕੁੜੀਆਂ ਨਾ ਹਾਂ ਕੁੜੀਆਂ ਨਾਲ ਕੋਈ ਸ਼ਾਦੀ ਨਾ ਕਰ ਲਵੇ। ਇਹ ਹੁੰਦਾ ਹੋਰ ਕੀ ਹੁੰਦਾ ਔਰਤ ਨੂੰ? ਕੋਈ ਛੁਪੀ ਸ਼ਾਦੀ ਤੇ ਨਹੀਂ ਕੀਤੀ? ਸ਼ਾਦੀਆਂ ਦੇ ਤੇ ਬਹੁਤ ਹੁੰਦੀਆਂ ਨੇ ਜੀ, ਵੈਸੇ ਹੀ ਗੱਲ ਕਰ ਰਿਹਾ ਮੈਂ। ਖਾਜਾ ਸਾਹਿਬ ਭਾਬੀ ਦੇਖ ਲਓ, ਕਹਿ ਰਹੇ ਨੇ ਛੁਪੀਆਂ ਹੋਈਆਂ ਬਹੁਤ ਜ਼ਿਆਦਾ ਸ਼ਾਦੀਆਂ ਨੇ। ਉਹਨਾਂ ਨੂੰ ਪਤਾ। ਹੁਣ ਮੈਂ ਇੱਧਰ ਆਇਆ, ਮੇਰੀਆਂ ਮੇਰੀਆਂ ਤਸਵੀਰਾਂ ਵੀ ਮਾਸ਼ਾਅੱਲਾ ਬੜੀਆਂ ਮਾਡਰਨ ਆਉਂਦੀਆਂ ਲੜਕੀਆਂ ਦੇ ਨਾਲ ਨਾ, ਤੇ ਉਹ ਕਾਫੀ ਉਹਦੀਆਂ ਦੋਸਤਾਂ ਫੋਨ ਕਰਦੀਆਂ ਯਾਰ ਗੱਲ ਸੁਣ, ਉਹ ਕਹਿੰਦੀ ਇਹਨੇ ਕਿਤੇ ਨਹੀਂ ਜਾਣਾ ਇੱਥੇ ਹੀ। ਅੱਛਾ, ਹੁਣ ਗੋਡੇ ਗਿੱਟੇ ਇਹਦੇ ਖਤਮ ਹੋ ਗਏ, ਕਿਤੇ ਜਾਣਾ ਇਹਨੇ। ਓਕੇ, ਮੈਨੂੰ ਇਹ ਦੱਸੋ ਕਿ ਵਾਲਦਾ ਸਾਹਿਬ ਦੇ ਨਾਲ ਵਾਲਦਾ ਸਾਹਿਬਾ ਦੇ ਨਾਲ ਕੋਈ ਬਹੁਤ ਹੀ ਖੂਬਸੂਰਤ ਯਾਦਾਂ ਉਹਨਾਂ ਦੇ ਨਾਲ ਅੱਜ ਵੀ ਉਹ ਗੱਲ ਯਾਦ ਆਉਂਦੀ ਹੈ ਜਾਂ ਉਹ ਲਮਹਾ ਯਾਦ ਆਉਂਦਾ ਹੈ ਤੇ ਤੁਸੀਂ ਯਕੀਨ ਰੋ ਪੈਂਦੇ ਹੋ? ਤੁਸੀਂ ਰੋ ਕੇ ਮੇਰੀ ਤੁਸੀਂ ਮੇਰਾ ਫੋਨ ਖੋਲੋਗੇ ਪਹਿਲੇ ਵਾਲਦਾ ਦੀ ਫੋਟੋ ਆਏਗੀ। ਅੱਛਾ। ਤੇ ਸਵੇਰ ਉੱਠ ਕੇ ਸਭ ਤੋਂ ਪਹਿਲੇ ਉਹਨਾਂ ਨੇ ਦੁਆ ਕਰੀ ਦੀ ਹੁੰਦੀ, ਸਭ ਤੋਂ ਪਹਿਲੇ ਉੱਠਣ ਦੇ ਨਾਲ ਹੀ। ਹਾਂ, ਨਮਾਜ਼ ਦੇ ਵਿੱਚ ਦੁਆਵਾਂ ਉਹਨਾਂ ਵਾਸਤੇ, ਕਿ ਉਹਨਾਂ ਨੇ ਜਿਹੜਾ ਸਾਨੂੰ ਡਗਰ ਰਸਤਾ ਦੱਸਿਆ ਉਹਨਾਂ ਨੇ ਕਿ ਪੁੱਤਰ ਕਾਮਯਾਬ ਹੋਣਾ ਨਾ ਤੇ ਬਸ ਇੱਕ ਤੇ ਅੱਲਾਹ ਰਸੂਲ ਦਾ ਨਾਮ ਲੈ, ਨਮਾਜ਼ ਪੜ੍ਹਿਆ ਕਰ ਤੇ ਆਪਣੇ ਕੰਮ ਦੇ ਪਿੱਛੇ ਲਗਾ ਰਹਿ ਬਸ। ਇਹ 에ਅਰਪੋਰਟ ਦਾ ਮੇਰਾ ਹਾਲ ਹੋਇਆ ਹੈ। ਮੈਂ ਜ਼ਿੰਦਗੀ ਦੇ ਵਿੱਚ ਇੱਕ ਹੀ ਕੰਮ ਕੀਤਾ 에ਅਰਪੋਰਟ ਦਾ। ਗੁੱਡ। ਤੇ ਅੱਜ 30 ਸਾਲ ਹੋ ਗਏ ਨੇ ਅਲਹਮਦੁਲਿਲਾ, ਇੱਕ ਪ੍ਰੋਪਰ ਇੱਕ ਬਿਜ਼ਨਸਮੈਨ। ਕਿਸੇ ਦੀ ਨੌਕਰੀ ਸ਼ੌਕਰੀ ਲਵਾਣੀ ਹੋਏ ਤੇ ਭੇਜ ਦਈਏ? ਉਹ ਜੀ ਨੌਕਰੀਆਂ ਲਵਾਵਾਂਗੇ ਜੀ, ਕਿਉਂ ਨਹੀਂ ਲਵਾਵਾਂਗੇ ਜੀ ਨੌਕਰੀਆਂ ਜੀ, ਨੌਕਰੀਆਂ ਲਵਾਵਾਂਗੇ ਜੀ, ਕਿਉਂ ਨਹੀਂ। ਤੇ ਉਹਨਾਂ ਦੀ ਵਜ੍ਹਾ ਨਾਲ ਹੀ ਸਾਰਾ, ਜਦੋਂ ਉਹ ਸਾਡੇ ਆਫਿਸ ਦਾ ਓਪਨਿੰਗ ਹੋਈ ਹੈ ਤੇ ਅੰਮੀ ਜੀ ਨੇ ਆ ਕੇ ਫੀਤਾ ਕੱਟਿਆ। ਮਾਸ਼ਾਅੱਲਾ, ਬੜੇ ਵੱਡੇ ਲੋਕਾਂ ਨੂੰ ਬੁਲਾ ਸਕਦੇ ਹਾਂ ਅੰਮੀ ਦੀ ਤੇ ਫਿਰ ਬਰਕਤ ਹੁੰਦੀ ਹੈ ਜੀ। ਉਹਨਾਂ ਨੇ ਬੈਠ ਕੇ ਕਿਹਾ ਮੈਂ ਲੰਗਰ ਜਾਰੀ ਰੱਖੋ, ਬਸ ਖਾਓ ਪੀਓ। ਵਾਹ। ਲੇਕਿਨ ਕੋਈ ਹੋਰ ਬਚਪਨ ਦੀ ਕੋਈ ਸ਼ਰਾਰਤ ਮਾਂ ਦੇ ਨਾਲ ਜਾਂ ਵਾਲਿਦ ਸਾਹਿਬ ਦੇ ਨਾਲ? ਉਹਦੀ ਬਚਪਨ ਸਾਡਾ ਮਾਸ਼ਾਅੱਲਾ ਉਹ ਹੈ ਹੀ ਸ਼ਰਾਰਤਾਂ ਵਾਲਾ ਸੀ। ਕੋਈ ਐਸੀ ਸ਼ਰਾਰਤ ਬੜੀ ਅਜੀਬੋ-ਗਰੀਬ, ਕਿਉਂਕਿ ਬੱਚੇ ਕਈ ਦਫਾ ਬਹੁਤ ਹੀ ਭੈੜੀ ਸ਼ਰਾਰਤ ਕਰਦੇ। ਉਹ ਜੀ ਅਸੀਂ ਉਸ ਨਾਲ ਫਿਲਮ ਦੇਖਣ ਦਾ ਬੜਾ ਸ਼ੌਕ ਹੁੰਦਾ ਸੀ। ਅੱਛਾ। ਤੇ ਸਲਮਾ ਸਾਡੇ ਘਰ ਤੋਂ ਬਸ ਕੋਈ ਵਾਕਿੰਗ ਡਿਸਟੈਂਸ ਸੀ। ਸਹੀ। ਤੇ ਉਹ ਅਸੀਂ ਜਾਣੇ ਸਾਂ ਤੇ ਜਿਸ ਮੈਂ ਹਾਫ ਟਾਈਮ ਹੋਣ ਲੱਗਦਾ ਸੀ 5 ਮਿੰਟ ਪਹਿਲੇ ਘਰ ਆ ਜਾਣਾ। ਅੱਛਾ। ਅੰਮੀ ਨੂੰ ਸ਼ਕਲ ਦਿਖਾਈ ਤੇ ਅੰਮੀ ਕਹਿੰਦੀ ਪੁੱਤਰ ਕਿਹੜੀ ਫਿਲਮ ਲੱਗੀ ਹੋਈ ਹੈ? ਅੰਮੀ ਤੇ ਬੜੀ ਤੇਜ਼ ਹੁੰਦੀ ਸੀ, ਤੁਹਾਨੂੰ ਪਤਾ ਕਿਹੜੀ ਫਿਲਮ ਤੇ ਜਾ ਰਹੇ ਹਾਂ। ਅੰਮੀ ਉਹ ਬਸ ਫਿਲਮ ਉਸ ਟਾਈਮ ਦੇਖਣ ਨਹੀਂ ਦਿੰਦੇ ਸਨ, ਤੁਹਾਨੂੰ ਪਤਾ ਫਿਲਮ ਦਾ ਟਾਈਮ ਨਹੀਂ ਹੁੰਦਾ ਸੀ ਉਸ ਟਾਈਮ, ਨਹੀਂ ਦੇਖ ਰਹੇ ਸਨ ਘਰਲੇ ਫਿਲਮਾਂ। ਹਾਂ ਨਹੀਂ, ਫਿਲਮ ਵੇਖਣੀ ਤੇ ਸਮਝੋ ਤੁਸੀਂ ਖਰਾਬ ਹੋ। ਨਹੀਂ ਵੈਸੇ ਕਰਦੇ ਤੇ ਸਹੀ ਸੀ ਬਸ। ਉਹ ਮੈਂ ਇਹ ਗੱਲ ਕਰ ਰਿਹਾ। ਤੇ ਹੋਰ ਅੰਮੀ ਫਿਰ ਜਿਹੜੀ ਅੰਮੀ ਸਾਡੀ ਜਿਹੜੀ ਪੰਜਾਬੀ ਅੰਮੀ ਸੀ ਤੇ ਇਹ ਵੀ ਪਠਵਾਰੀ ਸੀ। ਅੱਛਾ। ਤੇ ਸਭ ਤੋਂ ਪਹਿਲਾਂ ਨਾ ਸਟਾਈਲ ਹੁੰਦਾ ਸੀ ਜਾਂ ਜੁੱਤੀ ਜਾਂ ਫੁੰਗੜੀ ਹੁੰਦੀ ਸੀ ਜਿਹੜੀ। ਅੱਛਾ ਅੱਛਾ। ਫੁਗੜੀ ਹੁੰਦੀ ਸੀ ਨਾ ਜਿਹਦੇ ਨਾਲ ਪਾਲੀ ਦੀ, ਉਹ ਵੀ ਉਹਨਾਂ ਦੇ ਹੱਥ 'ਚ ਹੁੰਦੀ ਤੇ ਬੈਲਨ ਵੀ ਕੋਲ ਹੀ ਪਿਆ ਹੁੰਦਾ ਸੀ। ਜਿਹੜੀ ਚੀਜ਼ ਨਸੀਬ ਵੀ ਜ਼ਿਆਦਾ ਜੁੱਤੀ ਪੈ ਜਾਂਦੀ ਸੀ। ਕਦੇ ਕੋਈ ਚੋਟ ਹੈਵੀ ਲੱਗੀ ਹੋਵੇ, ਹੱਡੀ ਟੁੱਟ ਗਈ ਹੋਵੇ, ਕੋਈ ਖੂਨ ਨਿਕਲ ਆਇਆ ਹੋਵੇ? ਨਹੀਂ, ਸ਼ਦਾਰ ਸੇ ਲੱਗੀ ਸੀ ਸੱਚੀ। ਹਾਂ ਉਹ ਕਾਫੀ ਐਨ ਲੱਗੀ ਹੈ। ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਕਦੇ ਵਾਪਸ ਹੀ ਨਹੀਂ ਆਈ ਫਿਰ। ਐ ਵੇਖ ਲਓ ਮੈਂ ਪਾਗਲੀ ਜੀ ਕਰੀ ਜਾ ਰਿਹਾ ਹਾਂ। ਮੈਂ ਪਾਗਲਾਂ ਵਾਲੀ ਕਰੀ ਜਾ ਰਿਹਾ। ਮੁਸਕਰਾਉਂਦੇ ਰਹੋ, ਚੰਗੇ ਲੱਗਦੇ ਹੋ। ਨਹੀਂ ਅੰਮੀ ਜੀ ਦੀ ਮਾਰ ਤੁਹਾਨੂੰ ਪਤਾ ਹੈ ਉਹ ਥੋੜੀ ਦੇਰ ਅਸਰ ਜ਼ਰੂਰ ਕਰਦੀ ਹੈ ਤੇ ਉਹਦਾ ਅਸਰ ਬੜੀ ਦੂਰ ਤੱਕ ਰਹਿੰਦਾ। ਹਾਂਜੀ। ਖਵਾਜਾ ਸਾਹਿਬ ਇੰਡੀਆ 'ਚ ਵੀ ਤੁਸੀਂ ਕੰਮ ਕੀਤਾ ਚੜ੍ਹਦੇ ਪੰਜਾਬ ਨਾਲ, ਤੇ ਤੁਸੀਂ ਇੱਕ ਰੀਜ਼ਨ ਤੇ ਹੈ ਕਿ ਚੜ੍ਹਦਾ ਤੇ ਲਹਿੰਦਾ ਪੰਜਾਬ ਤੁਸੀਂ ਇੱਕ ਕੀਤਾ। ਕਿਹੜੀ ਸਿੰਗਰ ਦੇ ਨਾਲ ਗਾਣਾ ਗਾਉਣ ਦਾ ਬਹੁਤ ਮਜ਼ਾ ਆਇਆ? ਮੈਂ ਕਾਫੀ ਸਿੰਗਰਾਂ ਦੇ ਨਾਲ ਹੁਣ ਆ ਵੀ ਰਹੇ ਨੇ। ਤੇ ਪਹਿਲੇ ਮੈਂ ਮੰਨਤ ਨੂਰ ਦੇ ਨਾਲ ਜਿਹਨੇ ਲੌਂਗ ਲਾਚੀ ਗਾਣਾ ਕੀਤਾ, ਉਹਨਾਂ ਦੇ ਨਾਲ ਮੇਰਾ ਡਿਊਟ ਗਾਣਾ ਆਇਆ, ਬਹੁਤ ਹਿੱਟ ਹੋਇਆ ਉਹ ਗਾਣਾ। ਸੁਣਾ ਦੋ ਨਾ, ਉਹ ਸਿੰਗਰ ਸਾਡੇ ਕੋਲ ਅਜੇ ਤੱਕ ਕੋਈ ਗਾਣਾ ਹੀ ਨਹੀਂ ਸੁਣਿਆ। ਸੁਣਾਣਾ ਤੁਹਾਨੂੰ। ਉਸ ਤੋਂ ਬਾਅਦ ਮੇਰਾ ਸਿਮਰਨ ਭਰਦਵਾਜ ਜਿਹਨੇ ਲੌਂਗ ਲਾਚੀ 2 ਗਾਇਆ, ਉਹਦੇ ਨਾਲ ਵੀ ਡਿਊਟ ਕੀਤਾ। ਹੁਣ ਮੇਰਾ ਇੱਕ ਹੋਰ ਗਾਣਾ ਆ ਰਿਹਾ, ਉਸ ਲੜਕੀ ਦਾ ਨਾਮ ਹੈ ਸਿਮਰਨ ਨਹੀਂ ਹੈ। ਉਹਨੇ ਅਭੀ ਪਿਛਲੇ ਦਿਨਾਂ 'ਚ ਬੜੀ ਅੱਛੀ ਫਿਲਮਾਂ ਦੇ ਵਿੱਚ ਗਾਣੇ ਗਾਏ। ਅੱਛਾ। ਤੇ ਉਹਨਾਂ ਦਾ ਸਟਾਈਲ ਜਿਹੜਾ ਉਹ ਸਾਡੇ ਸਟਾਈਲ ਤੋਂ ਥੋੜਾ ਜਿਹਾ ਅਲੱਗ ਸਟਾਈਲ ਹੈ। ਮਿਊਜ਼ਿਕ ਬਹੁਤ ਅੱਛਾ ਕਰਦੇ ਲੋਕ। ਯੈਸ ਫਾਈਨ। ਯਾਨੀ ਤੁਹਾਨੂੰ ਲੱਗਦਾ ਕਿ ਚੜ੍ਹਦਾ ਪੰਜਾਬ ਜ਼ਿਆਦਾ ਪ੍ਰੋਫੈਸ਼ਨਲ ਹੈ? ਪਰ ਬਹੁਤ ਪ੍ਰੋਫੈਸ਼ਨਲ। ਤੁਸੀਂ ਦੇਖੋ ਕਿ ਬਾਲੀਵੁੱਡ ਦੇ ਵਿੱਚ ਉਹ ਪਹੁੰਚ ਗਏ ਨੇ ਤੇ ਅਸੀਂ ਸਾਡੀ ਇੰਡਸਟਰੀ ਇੱਥੋਂ ਥੱਲੇ ਹੀ ਜਾਈ ਜਾ ਰਹੀ ਹੈ। ਉਹਦੀ ਵਜ੍ਹਾ ਕੀ ਹੈ? ਸਭ ਤੋਂ ਪਹਿਲੇ ਤੇ ਨੀਤਾਂ ਨਹੀਂ ਚੰਗੀਆਂ। ਨਹੀਂ, ਨੀਤਾਂ ਦੀ ਵੀ ਗੱਲ ਕੋਈ ਨਹੀਂ। ਨੀਤਾਂ ਤੇ ਸਾਡੇ ਕੋਲ ਮਿਊਜ਼ਿਕ ਡਾਇਰੈਕਟਰ ਸਾਰੇ ਮਰ ਗਏ। ਓਕੇ। ਜਿਹੜੇ ਨਵੇਂ ਲੋਕ ਆਏ ਨੇ ਉਹ ਅੱਛੇ ਨੇ ਲੇਕਿਨ ਬਹੁਤ ਅੱਛੇ ਨਹੀਂ ਨੇ। ਸਹੀ। ਮਿਊਜ਼ਿਕ
ਔਰ ਫਿਰ ਸਾਡੇ ਲੋਕਾਂ ਜੋ ਯਾਰ 30,000 ਦਾ ਗਾਣਾ ਕਰਦੀ 50,000 ਦਾ ਗਾਣਾ ਕਰਦੀ ਨਹੀਂ ਤੁਸੀਂ ਮਹਿੰਗਾ ਦੱਸ ਰਹੇ ਹੋ, 5,000 ਦਾ ਵੀ ਹੁੰਦਾ ਹੈ। ਸ਼ਾਬਾਸ਼ ਮਾਸ਼ਾਅੱਲਾ। ਉਹ ਗਾਣਾ ਨਹੀਂ ਹੁੰਦਾ, ਬਸ ਉਹ ਗਾਣਾ ਹੁੰਦਾ ਹੈ। ਤੇ ਉਹ ਲੋਕ ਪੈਸੇ ਜਦ ਲੈਣਗੇ ਨਾ ਤੇ ਤੁਹਾਨੂੰ ਪ੍ਰੋਪਰ ਕੰਮ ਕਰਕੇ ਤੁਹਾਨੂੰ ਤਸੱਲੀ ਕਰਕੇ ਤੁਹਾਡੀ ਆਪਣੀ ਆਵਾਜ਼ से सुन के करे यार मैं गा रहा मतलब जब मैं फिल्म के गाने गाए ਉਹਨੇ ਇੰਨੀ ਅੱਛੀ ਮਿਕਸਿੰਗ ਕੀਤੀ ਉਹਨੇ, ਜਿਵੇਂ ਮੈਨੂੰ ਲਾਸਟ ਗਾਣਾ ਸੁਣਾਇਆ ਮੈਂ ਇੰਨਾ ਖੁਸ਼। ਦੇਖੋ ਅੱਜ ਕੱਲ੍ਹ ਟੈਕਨੀਕਲ ਦੌਰ ਹੈ, ਤੁਹਾਡੇ ਸਾਰੇ ਗਾਮਾ ਪਾਦਾ ਨੀਸਾ ਜਾਂ ਤੁਸੀਂ ਬੜੇ ਤਿਆਰ ਹੋ, ਅੱਛੀ ਗੱਲ ਹੈ। ਅੱਜ ਕੱਲ੍ਹ ਤੁਹਾਨੂੰ ਮਸ਼ੀਨ ਤੁਹਾਨੂੰ ਠੀਕ ਕਰਦੀ ਹੈ। ਤੁਸੀਂ ਅੱਛਾ ਗਾਣਾ ਗਾਓ ਇਹ ਜ਼ਰੂਰੀ ਹੈ, ਲੇਕਿਨ ਤੁਹਾਨੂੰ ਅੱਛਾ ਮਿਕਸ ਮਾਸਟਰ ਅੱਛਾ ਤੁਹਾਨੂੰ ਉਹਦੀ ਮਿਕਸਿੰਗ ਅੱਛੀ ਕਰਾਣੀ ਪਏਗੀ ਔਰ ਮਿਊਜ਼ਿਕ ਅੱਛਾ ਕਰਾਉਣਾ ਪਏਗਾ। ਹਾਂ ਬਿਲਕੁਲ। ਤੇ ਇਹ ਉਹਨਾਂ 'ਚ ਬੜੀ ਅੱਛੀ ਕੁਆਲਿਟੀ ਹੈ। ਤੇ ਕੋਈ ਵੀਡੀਓ ਜਿਹੜਾ ਤੁਸੀਂ ਸਮਰਾਟ ਸਾਹਿਬ ਨਾਲ ਕੀਤਾ ਹੈ? पप्पू सम्राट साहब ने एक नहीं मैडम को तो 5 वीडियो की थे। अच्छा, ਉਹਨਾਂ ਦੇ ਨਾਲ ਐਕਸਪੀਰੀਅੰਸ ਕਿਹਦਾ ਰਿਹਾ? ऐसा एक्सपीरियंस है ਉਹਨੇ ਤਾਂ ਦੱਸਿਆ ਕਿ ਬੇਟਾ ਹੈ ਕਿ ਅਸਲ ਵਿੱਚ ਕੰਮ ਹੁੰਦਾ ਕੀ ਹੈ ਕਿ ਇੱਕ ਆਰਟਿਸਟ ਨੂੰ, ਜਿਸ ਤਰ੍ਹਾਂ ਮੈਂ ਗਾਣਾ ਕੀਤਾ, ਇੱਕ ਗਾਣਾ ਸੀ ਮੇਰਾ, ਇਹ ਤੁਸੀਂ ਕੋਲ ਮੈਂ ਸੁਣਾ ਦਿਆਂ। ਜੀ ਜੀ ਜ਼ਰੂਰ। ਉਹ ਗਾਣਾ ਸੀ ਕਿ ਹੋ ਉੱਚੀ ਹੀਲ ਪਾ ਕੇ ਨੀ ਤੂੰ ਲੱਕ ਨੂੰ ਹਲਾਵੇਂ, ਮਿੱਤਰਾਂ ਨੂੰ ਡਰ ਲੱਗੇ ਤਾਂ ਕਿ ਨੱਚਦੀ ਸਲਿੱਪ ਕਰ ਗਈ, ਤੈਨੂੰ ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਸਾਂਭਲਾ ਕੇ ਨਾ ਕਿ ਨੱਚਦੀ ਸਲਿੱਪ ਕਰ ਗਈ, ਤੈਨੂੰ ਬਾਹਾਂ ਵਿੱਚ ਸਾਂਭਲਾ ਕੇ ਨਾ ਕਿ ਨੱਚਦੀ ਸਲਿੱਪ ਕਰ ਗਈ। ਵਾਹ। ਤੇ ਇਹ ਗਾਣਾ ਜਿਸ ਤਰ੍ਹਾਂ ਮੈਂ ਗਾਇਆ, ਮੈਨੂੰ ਪੱਪੂ ਨੂੰ ਸੁਣਾਇਆ, ਉਹਨੇ ਕਿਹਾ ਯਾਰ ਇਹਦੇ ਵਾਸਤੇ ਤੇ ਲੜਕੀ ਪ੍ਰੋਪਰ ਚਾਹੀਦੀ ਹੈ। ਫਿਰ ਇੱਕ ਮਾਹੀ ਸ਼ਾਹੀ ਪਹਿਲੇ ਇੰਪ੍ਰੋਪਰ ਕੁੜੀਆਂ ਨਾਲ ਪ੍ਰੋਪਰ ਹੈ ਕਿ ਜਿਹੜੀ ਡਾਂਸ ਵੀ ਅੱਛੀ ਕਰਦੀ ਹੋਵੇ, ਲੁੱਕ ਵੀ ਅੱਛੀ ਹੋਵੇ, ਕੱਪੜੇ ਪਾਏ ਵੀ ਚੰਗੇ ਲੱਗੇ। ਤੇ ਅਸੀਂ ਫਿਰ ਮਾਹੀ ਸ਼ਾਹੀ ਅੱਜ ਕੱਲ ਸਾਡੀ ਬੜੀ ਅੱਛੀ ਆਰਟਿਸਟ ਹੈ, ਉਹਨੂੰ ਮੈਂ ਵੀਡੀਓ 'ਚ ਲਿੱਤਾ, ਉਹਨੇ ਇੰਨਾ ਅੱਛਾ ਪਰਫਾਰਮ ਕੀਤਾ। ਉਹ ਸਾਡੇ ਫਿਲਮ ਸਟਾਰ ਸੀ, ਹੁਣ ਤਾਂ ਉਹਨੇ ਛੱਡਤਾ ਹੈ। ਤੇ ਉਹਨੇ ਪੱਪੂ ਭਾਈ ਨੇ ਫਿਰ ਮੇਰੇ ਕੋਲ ਵੀ ਡਾਂਸ ਵੀ ਕਰਵਾਇਆ। ਮੈਂ ਕਿਹਾ ਡਾਂਸ ਵੀ ਕਰੋ ਤੁਸੀਂ, ਤੇ ਕਰਨਾ ਚਾਹੀਦਾ। ਅੱਜ ਸਾਰੇ ਕਰ ਰਹੇ ਨੇ, ਖੁਦ ਨਹੀਂ ਕਰ ਰਹੇ ਤੇ ਪਿੱਛੇ ਕੁੜੀਆਂ ਮੁੰਡੇ ਖੜੇ ਕਰਕੇ ਹੱਥ ਹਿਲਾਣਾ ਕੋਸ਼ਿਸ਼ ਕਰਨੇ, ਕੋਈ ਹੁੰਦਾ ਨਹੀਂ ਨਾ। ਇਹ ਸਾਰੇ ਉਹਨਾਂ ਸਿੰਗਰਾਂ ਵਾਸਤੇ ਵੇ ਜਿਹੜੇ ਲੋਕਾਂ ਦੇ ਬਾਰੇ ਗੱਲਾਂ ਕਰਦੇ ਨੇ। ਫਿਰ ਤੁਸੀਂ ਕੰਮ ਕਰਕੇ ਤੁਸੀਂ ਕਹੋ ਅਸੀਂ ਫਿਲਮਾਂ 'ਚ ਕੰਮ ਕਰਨਾ ਹੈ। ਦੇਖੋ ਤੁਸੀਂ ਫਿਲਮ 'ਚ ਜਦੋਂ ਕੰਮ ਕਰੋਗੇ, ਫਿਲਮ ਤੇ ਨਹੀਂ ਕਰੇਗਾ ਕਿ ਤੁਸੀਂ ਖੜਾ ਹੋ ਕੇ ਗਾਣਾ ਗਾ ਰਹੇ ਨੇ ਕਰਕੇ। ਉਹ ਮੁਹੰਮਦ ਅਲੀ ਵਾਲਾ ਟਾਈਮ ਚਲਾ ਗਿਆ। ਹੁਣ ਤੁਹਾਨੂੰ ਐਕਟ ਕਰਨਾ ਪਏਗਾ, ਫੁੱਟ ਵਰਕ ਕਰਨਾ ਪਏਗਾ। ਜਿਸ ਟਾਈਮ ਤੁਸੀਂ ਫੁੱਟ ਵਰਕ ਕਰੋਗੇ ਤੇ ਫੁੱਟ ਕਦੀ ਜਾਨ ਮਾਰਨੀ ਪਏਗੀ। ਸ਼ਾਬਾਸ਼, ਤੁਹਾਨੂੰ ਹੋਮ ਵਰਕ ਕਰਨਾ ਪਏਗਾ। ਯੈਸ। ਅੱਛਾ ਜੀ, ਹੁਣ ਆਨੇ ਅਸੀਂ ਕੁਝ ਸਾਡੇ ਟ੍ਰੈਂਡਿੰਗ ਸੋਸ਼ਲ ਮੀਡੀਆ ਪਰਸਨੈਲਿਟੀਜ਼ ਦੀ ਤਰਫ। ਜੰਨਤ ਮਿਰਜ਼ਾ ਨੂੰ ਕਦੇ ਕਿਸੇ ਵੀਡੀਓ 'ਚ ਲੈਣ ਦਾ ਪਲਾਨ ਹੈ? ਨਹੀਂ। ਕਿਉਂ? क्योंकि वो एनी अच्छी एक्ट नहीं कर रही। फिल्म भी देख लो, दी सुपर हिट माशाल्लाह फ्लॉप हुई है। मैं क्या किया कि क्या ओके ਜਿਹੜੀ ਸैयद ਨੂਰ ਸਾਹਿਬ ਨਾਲ ਕੀਤੀ ਆਈ ਥਿੰਕ। ਓਕੇ, ਉਹ ਫਿਲਮ ਵੀ ਅੱਛੀ ਹੋਈ थी। ਠੀਕ ਹੈ। और वो बेसिकली आकाशा जी वो छोटे कैमरे दे लोग ने। अच्छा अच्छा, मोबाइल कैमरे दे ए कैमरा ऑन कीता मैं ये कैमरा बंद, गल खत्म। ਵੱਡਾ ਕੈਮਰਾ ਜਿਸ ਟਾਈਮ ਸਾਹਮਣੇ ਲੱਗਾ ਹੈ, ਗੱਲ ਕਰਨਾ ਵੀ ਬੜੇ ਮਸਲਾ ਹੁੰਦਾ ਹੈ। ਫੰਬਲ ਹੁੰਦੀ ਹੈ, ਫੰਬਲਿੰਗ ਹੈ ਬਹੁਤ ਜ਼ਿਆਦਾ। ਤੇ ਉਹਨਾਂ ਦੇ ਕੰਮ ਵਿੱਚ ਫੰਬਲਿੰਗ ਜ਼ਿਆਦਾ ਹੈ। ਓਕੇ, ਉਹਨਾਂ ਨੂੰ ਚਾਹੀਦਾ ਕਿ ਅਗਰ ਕੰਮ ਕਰਨਾ, ਜਿਸ ਤਰ੍ਹਾਂ ਉਹਨਾਂ ਨੂੰ ਜਿਸ ਤਰ੍ਹਾਂ ਚਾਂਸ ਮਿਲਿਆ, ਸੈਯਦ ਨੂਰ ਨਾਲ ਸਾਨੂੰ ਚਾਂਸ ਮਿਲਿਆ ਹੁੰਦਾ, ਅਸੀਂ ਤੇ ਫੱਟੇ ਭੰਨ ਦੇਣੇ ਸਨ। ਓਕੇ, ਸਾਇਮਾ ਜੀ ਨਾਲ ਮੈਂ ਕੱਲ ਸਾਇਮਾ ਜੀ ਨੂੰ ਮਿਲਿਆ, ਯਕੀਨ ਕਰੋ ਮੇਰਾ ਦਿਲ ਧੜਕ ਰਿਹਾ ਸੀ। ਇੰਨੀ ਅੱਛੀ ਖਾਤੂਨ, ਕਿਆ ਅੱਛੀ ਪਰਸਨੈਲਿਟੀ। ਤੇ ਮੈਂ ਰਿਕੁਐਸਟ ਕੀਤੀ ਉਹਨਾਂ ਨੇ, ਉਹਨੇ ਕਿਹਾ ਖਾਜਾ ਸਾਹਿਬ ਕਰਨਾ ਗਾਣਾ ਜੀ। ਤੇ ਕੀ ਬਾਤ ਹੈ ਉਹਨਾਂ ਦੀ। ਸਹੀ। ਰਜਬ ਬੱਟ ਨਾਲ ਕਦੇ ਕੋਈ ਗਾਣਾ ਜਾਂ ਕੁਝ ਉਹਨੂੰ ਐਜ਼ ਅ ਰਜਬ ਬੱਟ ਅੱਛਾ ਹੈ, ਹਾਂ, ਲੇਕਿਨ ਉਹਦੇ ਗਾਣੇ ਵੀ ਆ ਰਹੇ ਨੇ ਮਾਸ਼ਾਅੱਲਾ। ਮੈਂ ਥੋੜਾ ਫਿਲਮ ਵੀ ਕਰ ਰਿਹਾ ਹਾਂ ਐਜ਼ ਅ ਸਿੰਗਰ ਜਾਂ ਐਜ਼ ਅ ਮਾਡਲ? ਐਜ਼ ਅ ਮਾਡਲ ਆ ਰਿਹਾ। ਅੱਛਾ, ਗਾਣਾ ਨਹੀਂ ਗਾ ਰਿਹਾ, ਉਹਦੀ ਫਿਲਮ ਵੀ ਆ ਰਹੀ ਹੈ। ਔਰ ਮੇਰੇ ਖਿਆਲ ਸੇ ਇਹਨਾਂ ਕੋਲੋਂ ਬਿਹਤਰ ਹੀ ਹੋਏਗਾ। ਓਕੇ, ਉਹਦੇ ਐਕਸਪ੍ਰੈਸ਼ਨਸ ਅੱਛੇ ਨੇ। ਸਹੀ ਸਹੀ। ਦੇਖੋ ਜੋ ਗੱਲ ਅੱਛੀ ਹੁੰਦੀ ਹੈ, ਬੰਦਾ ਅੱਛਾ। ਮੈਂ ਜ਼ਿੰਦਗੀ ਦੇ ਵਿੱਚ ਕਦੀ ਉਹਦਾ ਮਿਲਿਆ ਨਾ, ਮੈਂ ਉਹਦੇ ਵੀਲੌਗ ਕਦੀ ਦੇਖੇ ਨਾ, ਮੈਂ ਉਹਦੇ ਵੀਲੌਗ ਕਦੀ ਦੇਖੇ। ਓਕੇ, ਵਲੌਗ ਨੂੰ ਤੁਸੀਂ ਸਪੋਰਟ ਕਰਦੇ ਹੋ? ਵਲੌਗਿੰਗ ਹੋਣੀ ਚਾਹੀਦੀ ਹੈ ਫੈਮਿਲੀ ਨਹੀਂ, ਫੈਮਿਲੀ ਓਕੇ ਨਹੀਂ ਹੋਣੀ ਚਾਹੀਦੀ। ਓਕੇ, ਮੇਰੇ ਖਿਆਲ ਨਾਲ ਨਹੀਂ ਹੋਣੀ ਚਾਹੀਦੀ, ਕਿਉਂਕਿ ਤੁਸੀਂ ਇਕੱਲੇ ਕਰ ਰਹੇ ਹੋ ਤੇ ਤੁਸੀਂ ਜ਼ਰੂਰ ਕਰੋ। ਹੁਣ ਅੰਮੀ ਨੂੰ ਵੀ ਵਿੱਚ ਘਸੀਟਿਆ, ਭੈਣ ਨੂੰ ਵੀ ਘਸੀਟਿਆ, ਬੀਵੀ ਨੂੰ ਵੀ ਘਸੀਟਿਆ। ਉਹ ਦੇਖੋ ਨਾ ਉਹਦਾ ਹਾਲ ਕੀ ਹੋਇਆ ਫਿਰ। ਵਾਈਫ ਅਲੱਗ ਹੋ ਗਈ ਹੈ, ਅੰਮੀ ਨੂੰ ਲੋਕ ਬੜਾ ਬੁਲਾ ਕਹਿ ਰਹੇ ਨੇ, ਬੜੀ ਅੱਛੀ ਗੱਲ ਨਹੀਂ ਹੈ। ਸੋਸ਼ਲ ਮੀਡੀਆ ਦੀਆਂ ਸ਼ਾਦੀਆਂ ਜ਼ਿਆਦਾ ਦੇਰ ਕਿਉਂ ਨਹੀਂ ਚੱਲਦੀਆਂ? ਕਿਉਂਕਿ ਸੋਸ਼ਲ ਮੀਡੀਆ ਦੀ ਸ਼ਾਦੀ ਹੁੰਦੀ ਹੈ, ਕੈਮਰੇ ਤੇ ਹੋਈ ਤੇ ਕੈਮਰੇ ਤੇ ਖਤਮ ਹੋ ਗਈ। ਓਕੇ, ਜਿੱਦਾਂ ਡਰਾਮੇ 'ਚ ਹੁੰਦੀ ਹੈ ਸ਼ਾਦੀ। ਅੱਛਾ ਅੱਛਾ। ਦੇਖੋ ਮੇਰੀ ਸ਼ਾਦੀ ਨੂੰ 20 ਸਾਲ ਹੋ ਗਏ ਨੇ, 100 ਗੱਲਾਂ ਹੁੰਦੀਆਂ। ਤੁਹਾਡੇ ਸ਼ਾਦੀ ਦੀ ਵੀਡੀਓ ਨਹੀਂ ਬਣੀ ਸੀ? ਸਾਡੇ ਸ਼ਾਦੀ ਦੀ ਵੀਡੀਓ ਨਹੀਂ ਬਣੀ ਸੀ, ਸਾਡੀ ਸ਼ਾਦੀ ਦੀ ਵੀਡੀਓ ਨਹੀਂ ਬਣੀ ਸੀ। ਮੋੜੇ ਤੇ ਰੱਖ ਕੇ ਨਾ ਉਸ ਟਾਈਮ ਕੈਮਰੇ ਮੋੜੇ, ਵੀਡੀਓ ਕੈਮਰਾ ਜਿਹੜਾ ਹੁੰਦਾ ਸੀ। ਹਾਂ, ਮਿਸਟਰ ਪਤਲੂ ਵੈਸੇ ਫਜ਼ੂਲ ਆਦਮੀ। ਅੱਛਾ ਓਕੇ। ਡੱਕੀ ਭਾਈ ਅੱਛਾ ਬੰਦਾ ਹੈ, ਪੜ੍ਹਿਆ ਲਿਖਿਆ ਆਦਮੀ ਹੈ, ਵੀਲੌਗ ਕਰਦਾ ਰਹੇ, ਅੱਛੀ ਗੱਲ ਹੈ। ਵੀਲੌਗ ਦੇਖੋ ਜੀ, ਉਹਨਾਂ ਦਾ ਰੋਟੀ ਰਿਜ਼ਕ ਚੱਲ ਰਿਹਾ ਹੈ, ਕਿਉਂ ਅਸੀਂ ਉਹਨਾਂ ਨੂੰ ਐਸਾ ਕਰੀਏ? ਠੀਕ, ਅੱਛਾ ਬੰਦਾ ਹੈ। ਓਕੇ, ਅੱਛਾ। ਸਿਆਸਤ ਵੱਲ ਕਿੰਨਾ ਰੁਝਾਨ ਹੈ? ਬਹੁਤ ਜ਼ਿਆਦਾ ਨਹੀਂ, ਲੇਕਿਨ ਹੈ ਵੀ ਫਿਰ ਵੀ। ਫੇਵਰੇਟ ਪਾਰਟੀ ਕਿਹੜੀ ਹੈ? ਉਹ ਜਿਹੜੇ ਅੰਦਰ ਹੋਈ ਹੈ ਸਾਰਿਆਂ ਦੀ।
ਯਾਨੀ ਕਿ ਇਮਰਾਨ ਖਾਨ ਸਾਹਿਬ। इमरान खान साहब ਓਕੇ, ਤੁਹਾਨੂੰ ਕੀ ਲੱਗਦਾ ਇਮਰਾਨ ਖਾਨ ਬਾਹਰ ਆਉਣਗੇ? जरूर आने के कोई कभी जिंदगी च अंदर जाए लेकिन फिलहाल ਓਕੇ हाँ खान ਨੂੰ ਬਾਹਰ ਆਉਣਾ ਚਾਹੀਦਾ ਹੈ ਔਰ ਠੀਕ ਹੈ। ਮਿਲ ਕੇ ਸਾਰੇ ਨਾਲ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਸਾਰੀ ਜ਼ਿੰਦਗੀ ਤੁਸੀਂ ਕਿਸੇ ਨੂੰ ਖਤਮ ਕਰ ਨਹੀਂ ਸਕਦੇ। ਸਹੀ। ਨਹੀਂ, ਤੁਹਾਨੂੰ ਕੀ ਲੱਗਦਾ ਹੁਣ ਜਦੋਂ ਬਾਹਰ ਆਣਗੇ ਇੰਨੇ ਸਾਲਾਂ ਬਾਅਦ ਤੇ ਦੁਬਾਰਾ ਸਿਆਸਤ ਜੁਆਇਨ ਕਰਨਗੇ ਜਾਂ करेंगे जी करेंगे क्यों नहीं करेंगे। देखो अपना मुस्लिम लीग नून भी अच्छा काम कर रही है। मैडम मरियम ने अच्छा काम किए ने बहुत अच्छे साढ़े पिंड इस्लामाबाद ਵਿੱਚ ਬੜੇ ਤੇ अच्छे ਫਿਰ काम ਜਦੋਂ ਕੀਤੇ। ਤੁਸੀਂ ਖੁਸ਼ ਹੋ ਫਿਰ ਤੁਸੀਂ ਕਿਸੇ ਨੂੰ ਵੋਟ ਕਿਉਂ ਪਾਓਗੇ? ਨਹੀਂ ਵੋਟ ਤੇ ਅਸੀਂ ਇਸ ਵਾਰੀ ਵੀ ਮੁਸਲਿਮ ਲੀਗ ਨੂਨ ਨੂੰ ਪਾਈ ਹੈ। ਅੱਛਾ, ਇਹ ਜਿਹੜੇ ਅੱਛਾ। ਕਸ਼ਮੀਰ ਸਾਡੇ ਕਸ਼ਮੀਰ ਦੇ ਹੋਏ ਨੇ। ਓਕੇ 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 ਓਕੇ। ਮੈਂ ਕਸ਼ਮੀਰੀ ਹਾਂ ਸਾਡੇ ਕਸ਼ਮੀਰ ਸਾਡਾ ਤੇ ਵੈਲੀ ਦਾ ਵੋਟ ਹੈ ਅੱਛਾ ਅੱਛਾ। ਪਿਓਰ ਵੋਟ ਹਾਂ। ਤੇ ਅਸੀਂ ਮੁਸਲਿਮ ਲੀਗ ਨੂਨ ਨਹੀਂ ਪਾਇਆ ਹੈ। ਠੀਕ ਹੈ ਲੇਕਿਨ ਮੈਂ ਇਹ ਗੱਲ ਕਰ ਰਿਹਾ ਕਿ ਕਿਸੇ ਨੂੰ ਵੀ ਤੁਸੀਂ ਇੰਨੀ ਦੇਰ ਅੰਦਰ ਰੱਖ ਨਹੀਂ ਸਕਦੇ। ਸਹੀ। ਫਿਰ ਪਰਸਨੈਲਿਟੀ ਜਿਹੜੀ ਅੱਛੀ ਹੈ ਉਹ ਬਹੁਤ ਵੱਡੀ ਪਰਸਨੈਲਿਟੀ ਬਣ ਜਾਂਦੀ ਹੈ। ਓਕੇ। ਤੁਸੀਂ ਨੈਲਸਨ ਮੰਡੇਲਾ ਨੂੰ ਤੁਸੀਂ ਦੇਖ ਲਓ ਦੌਰ ਚੇਂਜ ਕਰਤਾ ਉਹਨੇ ਤੇ ਪਾਕਿਸਤਾਨ ਦਾ ਵੀ ਦੌਰ ਚੇਂਜ ਹੋਣਾ ਜ਼ਰੂਰ ਇਹ ਮੈਂ ਤੁਹਾਨੂੰ ਦੱਸਾਂ। ਬੜੇ ਅੱਛੇ ਦਿਨ ਆਣੇ ਨੇ ਇਹਨੂੰ ਇਨਸ਼ਾਅੱਲਾ ਕਿਆਮਤ ਤੱਕ ਕੋਈ ਨਹੀਂ ਛੇੜ ਸਕਦਾ ਇਨਸ਼ਾਅੱਲਾ। ਸਾਡੀ ਮਾਸ਼ਾਅੱਲਾ ਫੌਜ ਵੀ ਪੂਰੇ ਦਿਨਾਂ ਦੀ ਹੈ ਕਹਿੰਦੇ ਪੰਜਾਬੀ ਚ ਕਹਿੰਦੇ ਪੂਰੇ ਦਿਨਾਂ ਦੇ ਉਹ ਪੂਰੇ ਦਿਨਾਂ ਦੇ ਹੁਸ਼ਿਆਰ। ਓਹੋ ਹੁਸ਼ਿਆਰ ਬਾਸ਼ ਨਹੀਂ ਕਰਦੇ ਇਹ ਉਹ ਲੋਕ ਨੇ ਮਾਸ਼ਾਅੱਲਾ। ਅੱਛਾ, ਇਹ ਦੱਸੋ ਕਿ ਜਿਹੜੀ ਸਾਡੀ ਟੀਵੀ ਇੰਡਸਟਰੀ ਹੈ ਸਭ ਤੋਂ ਜ਼ਿਆਦਾ ਓਵਰਰੇਟਡ ਫੀਮੇਲ ਐਕਟਰੈਸ। ਮੈਡਮ ਯਕੀਨ ਕਰੋ ਮੈਂ ਡਰਾਮੇ ਵੇਖੇ ਹੀ ਕੋਈ ਨਹੀਂ। ਨਹੀਂ, ਪਤਾ ਤੇ ਹੋਏਗਾ ਇਹ ਕੁੜੀਆਂ ਕੰਮ ਕਰ ਰਹੀਆਂ। ਚਲੋ ਮੈਂ 3 ਨਾਮ ਲੈ ਦਿੰਨੀ ਆ, ਉਹਨਾਂ ਵਿੱਚੋਂ ਤੁਸੀਂ ਦੱਸਣਾ ਹੈ ਕਿ ਇਹ ਓਵਰਰੇਟਡ ਹੈ। ਹਾਨੀਆ ਆਮਿਰ, ਮਹਿਵਿਸ਼ ਹਯਾਤ, ਸਬਾ ਕਮਰ। ਹਾਨੀਆ ਆਮਿਰ। ਓਕੇ। ਅੰਡਰਰੇਟਡ ਕੌਣ ਹੈ ਇਹਨਾਂ ਵਿੱਚੋਂ? ਨਹੀਂ ਸਾਰੀਆਂ ਠੀਕ ਨੇ। ਹਾਂ ਐ ਨਾ ਕਰਨਾ ਕਿਉਂਕਿ ਮੇਰੀ ਬੜੀ ਖੁਆਇਸ਼ ਸੀ ਕਿ ਮੈਂ ਸਬਾ ਕਮਰ ਦੇ ਨਾਲ ਕੁਝ। ਯੈਸ, ਸ਼ੀ ਇਜ਼ ਅ ਵੈਰੀ ਗੁੱਡ। ਕੀ ਬਾਤ ਹੈ। ਹਾਂਜੀ। ਔਰ ਐਨੇ ਅੱਛੀ ਮੇਰੀ ਦਫਾ ਮੁਲਾਕਾਤ ਉਹਨਾਂ ਨਾਲ ਹੋਈ। ਅੱਛਾ। ਤੇ ਜ਼ਾਰੇ ਅਸੀਂ ਤੇ ਗਾਣੇ ਸੀ ਰਿਕੁਐਸਟ ਕਰਨੀ ਹੁੰਦੀ ਹੈ ਤੇ ਉਹਨਾਂ ਨੂੰ ਰਿਕੁਐਸਟ ਕੀਤੀ ਉਹਨਾਂ ਕਿਹਾ ਕਰਾਂਗੇ। ਫਿਰ ਪੱਪੂ ਭਾਈ ਉਹਨਾਂ ਦੇ ਘਰ ਗਏ। ਅੱਛਾ। ਪੱਪੂ ਸਮਰਾਟ ਸਾਹਿਬ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਲੇਕਿਨ ਅਨਫੋਰਚੂਨੇਟਲੀ ਸਾਡਾ ਉਹ ਪ੍ਰੋਜੈਕਟ ਨਹੀਂ ਹੋ ਸਕਿਆ। ਲੇਕਿਨ ਕੀ ਬਾਤ ਉਹਨਾਂ ਨੇ ਐਨੀ ਰਿਸਪੈਕਟ ਦਿੱਤੀ ਐਨੀ ਅੱਛੀ ਕੀ ਬਾਤ ਹੈ। ਸਹੀ। ਉਹ ਪ੍ਰੋਪਰ ਆਰਟਿਸਟ ਹੈ ਉਹ। ਅੱਛਾ, ਜੇ ਮੁੰਡਿਆਂ ਦੀ ਗੱਲ ਕਰੀਏ ਮੋਸਟ ਓਵਰਰੇਟਡ ਐਕਟਰ ਕੌਣ ਹੈ? ਦੱਸੋ ਤੁਸੀਂ ਨਾਮ। ਦੱਸੋ ਨਾਮ। ਠੀਕ ਹੈ, ਅੱਜ ਕੱਲ ਕੌਣ ਕੌਣ ਹੈ? ਬਿਲਾਲ ਅब्बास, ਐਹਸਨ ਖਾਨ ਐਂਡ ਹੋਰ ਕਿਹੜਾ? ਇਹ ਦੇਖੋ ਨਾ ਤੁਹਾਨੂੰ ਨਹੀਂ ਹੈ ਬਹੁਤ ਜ਼ਿਆਦਾ। ਮੈਂ ਚਾਹ ਰਹੀ ਦਾनिश तैमूर। नहीं अपना दानिश तैमूर, बिलाल अब्बास, एहसन खान। एहसन खान देखो शुरू तो आ रहा है। ठीक है। पर्सनैलिटी भी अच्छी। हाँ। अपने आप को ग्रूम किया है। ए ओवररेटेड है? ओवररेटेड है। ओवररेटेड दसना है। अच्छा तो बिलाल की नाम लेता सी। बिलाल अब्बास इज अ वेरी गुड एक्टर। मैं ते ही समझ रहा किनु कहना है। मैं कोई ड्रामे ने देखी कोई। अच्छा अच्छा। मैं ड्रामे देखी कोई। सही सही। लो नसीर ख्वाजा साहब हजे तक ऐसी कोई ख्वाहिश जड़ी पूरी नहीं हो पाई? वो है ये कि अल्लाह पाक मैंने बहुत ज्यादा हिट करे। अच्छा। हाँ। सही। ऐसे ऐसे दुआ करना मैं। सही। कि अल्लाह पाक कि मैंने भी वो कामयाबी दे दिन दिखा। क्योंकि हर आर्टिस्ट दा ये करता है कि आर्टिस्ट जावे बाहर उन्होंने लोग पहचान दे लेंदे ने लोग बहुत सारे ते लेकिन वो जो शोहरत है वो जरूर मिलनी चाहिए। अगर आर्टिस्ट काम कर रहा है और ईमानदारी नाल कर रहा है और किसी ने चोरी भी नहीं कर रहा गाने। मैं कोई गाना आज तक किसी का चोरी नहीं किया। मैं सारे गाने अपने गाए। एवं तुहानू गाना सुनाया है मजा आया कि नहीं? एक गाना और सुनाओ। सुनावांगे। मेरा गाना सी जट। हां हां। होए मणकां दे नाल जट टुरदा सी ਉੱਟਿਆ ਨਹੀਂ ਗਿਆ ਹੁਣ ਕੱਲ ਦਾ ਤੇਰੀ ਅੱਖ ਕੋਲੋਂ ਬਚ ਕੇ ਤੇ ਲੰਘ ਗਿਆ ਸੀ ਮਾਰ ਗਿਆ ਟੋਇਆ ਤੇਰੀ ਗੱਲ ਦਾ ਓਏ ਮਣਕਾਂ ਦੇ ਨਾਲ ਜੱਟ ਟੁਰਦਾ ਸੀ ਉੱਠਿਆ ਨਹੀਂ ਗਿਆ ਹੁਣ ਕੱਲ ਦਾ। ਵਾਹ ਵਾਹ। ਕੋਈ ਪੁਰਾਣਾ ਗਾਣਾ ਸੁਣਾ ਜਿਹੜਾ ਦਿਲ ਨੂੰ ਬਹੁਤ ਚੰਗਾ ਲੱਗਦਾ ਹੋਵੇ? ਉਹ ਪੁਰਾਣੇ ਗਾਣੇ ਤਾਂ ਸਾਰੇ ਬਹੁਤ ਚੰਗੇ ਸਨ। ਕੋਈ ਇੱਕ ਜਿਹੜਾ ਅਕਸਰ ਗੁਨਗੁਣਾ ਦਿੰਦੇ ਹੋ? ਅੱਛਾ ਉਹ ਗਾਣਾ ਉਹ ਵੈਸੇ ਤਾਂ ਅਸੀਂ ਜਿਸ ਟਾਈਮ ਸ਼ਾਮ ਨੂੰ ਬਹਿਨੇ ਅਸੀਂ ਤੇ ਮਹਿਦੀ ਸਾਹਿਬ ਨੂੰ ਬਹੁਤ ਗਾਣੇ ਆ। ਫਿਰ ਮਹਿਦੀ ਸਾਹਿਬ ਹੋ ਜਾਣ। जिंदगी में तो सभी प्यार किया करते मैं तो मर कर भी मेरी जान तुझे चाहूँगा जिंदगी में तो सभी प्यार किया करते। ਯਾਰ ਤੁਸੀਂ ਚੰਗਾ ਗਾ ਲੈਂਦੇ ਹੋ। ਅੱਛਾ ਮਾਸ਼ਾਅੱਲਾ ਐਸੀ ਗੱਲ ਹੋਈ ਹੈ। ਉਹ ਸਿੱਧੇ ਸਿੱਧੇ ਗਾਣੇ ਸੀ ਨਾ ਪੰਜਾਬੀ, ਉਹਨਾਂ ਵਿੱਚ ਅਸੀਂ ਜ਼ਰਾ ਇੰਜੋਏ ਕਰੀਦਾ। ਇਹ ਹੁੰਦੇ ਸਹੀ ਗਾਇਕੀ ਵਾਲੇ ਗਾਣੇ। ਤੁਸੀਂ ਬਹੁਤ ਸੋਹਣਾ ਗਾਇਆ। ਤੁਸੀਂ ਕਿਸੇ ਨੂੰ ਮੈਨੂੰ ਵਾਜਾ ਰੱਖਣਾ ਦਿਓ ਤੁਹਾਨੂੰ ਮੈਂ ਬਸ ਡਨ ਹੋ ਗਿਆ। ਅਗਲੀ ਦਫਾ ਤੁਸੀਂ ਮੈਨੂੰ ਵਾਜਾ ਰੱਖਣ ਦਿਓ। ਤੁਸੀਂ ਇਨਸ਼ਾਅੱਲਾ ਸਵੇਰ ਕਰ ਤੁਸੀਂ ਆਪਣਾ ਵਾਜਾ ਨਾਲ ਕਿਉਂ ਨਹੀਂ ਲੈ ਕੇ ਆਏ? ਨਹੀਂ ਲੈ ਕੇ ਤੇ ਮੈਂ ਗੱਡੀ ਚ ਅੱਛਾ ਜੀ। ਜਿੱਥੇ ਖਾਜਾ ਆਏਗਾ ਉੱਥੇ ਵਾਜਾ ਜ਼ਰੂਰ ਹੋਏਗਾ ਮੈਡਮ। ਐ ਨਹੀਂ ਹੋ ਸਕਦਾ। ਜਾਂਦੇ ਜਾਂਦੇ ਬ੍ਰੇਕ ਡਾਊਨ ਯੋਰ ਆਊਟਫਿਟ ਕਾਸਟ।
ਜੀ। ਗਲਾसेस ਕਿੰਨੇ ਦੇ ਲਗਾਏ ਨੇ? ग्लासेस कम से कम 10,000 तो ज्यादा देने। ਓਕੇ, ਉੱਤੇ ਵਾਲੀ ਕੋਟੀ ਕਿੰਨੇ ਦੀ ਹੈ? ये पूरा सूट है, ਅੱਛਾ, ये तकरीबन 35,000 का पूरा सूट है। ਓਕੇ। ਵਾਚ ਕਿਹੜੀ ਪਹਿਨੀ ਹੈ? ਕੋਈ ਬ੍ਰਾਂਡਡ ਹੈ? नहीं बहुत महंगी नहीं है, हाँ। लेकिन तकरीबन 10-15 हज़ार रुपए ਦੇ ਵਿੱਚ ਹੈ। ਠੀਕ ਹੈ। ਤੇ ਕੋਈ ਇਹ ਨਗ ਖਾਸ ਹੈ? बहुत खास नहीं है, लेकिन किसी का गिफ्ट ਦਿੱਤਾ ਹੈ। ਲੇਕਿਨ ਫਿਰ ਵੀ ਕਿੰਨੇ ਦਾ ਇਹ ਨਹੀਂ ਹੋਏਗਾ? ਪਤਾ ਕਿ ਗਿਫਟ ਹੁੰਦਾ, ਤੁਹਾਨੂੰ ਪਤਾ ਹੈ ਅੱਛਾ। ਇਹ ਨਹੀਂ ਹੁੰਦਾ। ਤੇ ਜੁੱਤੀ ਕਿੰਨੇ ਦੀ? ਜੁੱਤੀ ਤਕਰੀਬਨ 35,000 ਦੀ। ਓਕੇ, ਯਾਨੀ ਕਿ ਤੁਸੀਂ ਅੱਛੇ ਖਾਸੇ ਬਿਜ਼ਨਸਮੈਨ ਹੋ, ਫਿਰ ਵੀ ਤੁਸੀਂ ਫਜ਼ੂਲ ਖਰਚੀ ਨਹੀਂ ਕਰਦੇ। नहीं नहीं नहीं, बहुत ज्यादा नहीं। ਵੈਰੀ ਗੁੱਡ। ਤੁਸੀਂ ਅੱਛੇ ਲੱਗ ਰਹੇ ਹੋ, ਹਾਂ। ਅੱਛੇ ਕੱਪੜਿਆਂ ਦੇ ਵਿੱਚ ਅੱਛੇ ਲੱਗ ਰਹੇ ਹੋ, ਇਹ ਜ਼ਰੂਰੀ ਹੈ ਹਾਂ। ਕਿ ਤੁਸੀਂ ਬਹੁਤ ਮਹਿੰਗੇ ਕੱਪੜੇ ਪਾ ਕੇ ਬਹੁਤ ਬੁਰੇ ਲੱਗ ਰਹੇ ਹੋ। ਲੋ ਜੀ, ਇਸੇ Thank you ਖੂਬਸੂਰਤ very ਤੇ much. ਮਜ਼ੇਦਾਰ Thank you. ਗੱਲ ਨਾਲ ਅਸੀਂ ਇਜਾਜ਼ਤ ਲੈਣੇ। Thank ਥੈਂਕ ਯੂ ਸੋ ਮਚ ਨਸੀਰ ਸਾਹਿਬ My ਸਾਨੂੰ pleasure. ਜੁਆਇਨ ਕਰਨ My ਵਾਸਤੇ। ਖੁਸ਼ ਰਹੋ, ਆਬਾਦ ਰਹੋ, ਇਨਸ਼ਾਅੱਲਾ ਤੁਹਾਡਾ ਜਿਹੜਾ ਡ੍ਰੀਮ ਹੈ ਉਹ ਜ਼ਰੂਰ ਪੂਰਾ Thank ਹੋਏਗਾ। you very much. ਲੋ ਵਿਊਅਰਸ, ਬਹੁਤ ਮਜ਼ਾ ਆਇਆ ਪੰਜਾਬੀ ਦੇ ਨਾਲ ਪੰਜਾਬੀ ਚ ਗੱਲਬਾਤ ਕਰਕੇ। ਤੁਸੀਂ ਕਮੈਂਟਸ ਦੱਸਣਾ ਹੈ ਕਿ ਤੁਹਾਨੂੰ ਇਹਨਾਂ ਦੀ ਪਰਸਨੈਲਿਟੀ ਕਿੰਝ ਦੀ ਲੱਗੀ। ਮਿਲਦੇ ਹਾਂ ਅਗਲੇ ਪੋਡਕਾਸਟ ਦੇ ਵਿੱਚ, ਤਦ ਤੱਕ ਲਈ ਰੱਬ ਰਾਖਾ।